वाहिगुरु जी का खालसा वाहिगुरु जी की फतेह। ਅੱਜ ਕਾਫੀ ਦਿਨਾਂ ਬਾਅਦ ਮੈਂ ਤੁਹਾਡੇ ਰੂਬਰੂ ਹੋ ਰਿਹਾ। ਜਿਵੇਂ ਮੈਂ ਤੁਹਾਨੂੰ ਦੱਸਿਆ ਹੀ ਸੀਗਾ ਸਾਰਿਆਂ ਨੂੰ ਕਿ ਦੀਪ ਦਾ ਜਨਮ ਦਿਨ ਆ ਤੇ ਉਹਦੇ ਸੰਬੰਧ 'ਚ ਕਈ ਪ੍ਰੋਗਰਾਮ ਸੀ, ਮੈਨੂੰ ਕਈ ਜਗ੍ਹਾ ਜਾਣਾ ਪਿਆ। ਮੈਂ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਮੋਹਾਲੀ ਰਹਿਣਾ। ਮੈਂ ਮੋਹਾਲੀਓਂ 1 ਤਰੀਕ ਨੂੰ ਬਠਿੰਡੇ ਗਿਆ ਤੇ 2 ਤਰੀਕ ਨੂੰ ਬਠਿੰਡੇ ਸੁਬਾਹ ਖੂਨਦਾਨ ਕੈਂਪ ਲਾਇਆ ਗਿਆ ਸੀ ਦੀਪ ਸਿੱਧੂ ਮੈਮੋਰੀਅਲ ਟਰਸਟ ਵੱਲੋਂ। ਸਿੰਘ ਸਭਾ ਗੁਰਦੁਆਰਾ ਸਾਹਿਬ ਜੋ ਬਠਿੰਡੇ ਦੇ ਵਿੱਚ ਆ, ਉੱਥੇ ਹਾਜ਼ਰੀ ਭਰੀ ਤੇ ਕਿਤਾਬਾਂ ਵੀ ਵੰਡੀਆਂ ਉੱਥੇ। ਜੋਰਾ 10 ਨੰਬਰੀ ਆ ਜਿਹੜੀ ਕਿਤਾਬ ਆਪਣੀ ਆਈ ਹੈ। ਫਿਰ ਮੈਂ 12 ਵਜੇ ਬਰਨਾਲੇ ਪਹੁੰਚਿਆ 2 ਤਰੀਕ ਨੂੰ ਹੀ। ਬਰਨਾਲੇ ਕਿਤਾਬ ਆਪਾਂ ਬਾਕਾਇਦਾ ਰਿਲੀਜ਼ ਕੀਤੀ ਤੇ ਬਹੁਤ ਸਾਰੇ ਦੋਸਤਾਂ ਨੂੰ ਮਿਲਿਆ, ਸੰਗਤ ਨੂੰ ਮਿਲਿਆ, ਦੀਪ ਨੂੰ ਪਿਆਰ ਕਰਨ ਵਾਲੇ ਜੋ ਮੈਨੂੰ ਮਿਲਣਾ ਚਾਹੁੰਦੇ ਸੀ ਉਹਨਾਂ ਨੂੰ ਮਿਲਿਆ। ਉੱਥੇ ਵੀ ਖੂਨਦਾਨ ਕੈਂਪ ਸੀ ਲਾਇਆ। ਫਿਰ ਮੈਂ ਗਿਆ ਲੁਧਿਆਣੇ, ਪੰਜਾਬੀ ਭਵਨ ਲੁਧਿਆਣੇ। ਉੱਥੇ ਵੀ ਖੂਨਦਾਨ ਕੈਂਪ ਸੀ। ਬਹੁਤ ਵੱਡੀ ਗਿਣਤੀ 'ਚ ਉੱਥੇ ਸੰਗਤ ਇਕੱਠੀ ਸੀ ਦੀਪ ਨੂੰ ਪਿਆਰ ਕਰਨ ਵਾਲੇ। ਤੇ ਉੱਥੇ ਤੁਸੀਂ ਦੇਖੀਆਂ ਵੀ ਹੋਣੀਆਂ ਦੀਪ ਦੀਆਂ ਉਹ ਗੱਡੀਆਂ ਵੀ ਖੜੀਆਂ ਸੀ। ਪੋਰਸ਼ 911 ਵੀ ਖੜੀ ਸੀ ਉੱਥੇ। ਦੀਪ ਦੀ ਇੱਕ ਪੁਰਾਣੀ ਜੀਪ ਆ ਉਹ ਵੀ ਖੜੀ ਸੀ। ਤੇ ਬੜਾ ਮਨ ਭਰ ਕੇ ਆਉਂਦਾ ਸੀ। ਮੈਂ ਤੇ ਸਿਮਰ ਅਸੀਂ ਗੱਲ ਕਰ ਰਹੇ ਸੀ ਵੀ ਦੇਖ ਲਓ, ਵਸਤੂ ਆ ਜਿਹੜੀ, ਚੀਜ਼ਾਂ ਨੇ ਜਿਹੜੀਆਂ ਉਹ ਪਈਆਂ ਰਹਿ ਜਾਂਦੀਆਂ ਨੇ, ਬੇਜਾਨ ਚੀਜ਼ਾਂ। ਤੇ ਜਿਹੜਾ ਬੰਦਾ ਹੁੰਦਾ ਹੈ, ਇਨਸਾਨ ਹੁੰਦਾ ਹੈ, ਇੰਨਾ ਕੀਮਤੀ ਅਣਮੁੱਲ, ਜਿਹੜਾ ਉਹ ਚਲਿਆ ਜਾਂਦਾ। ਤੇ ਕੁਦਰਤ ਦਾ ਵੀ ਜਿਹੜਾ ਇਹ ਚੱਕਰ ਆ ਬੜਾ ਅਜੀਬ ਹੈ। ਉੱਥੇ ਵੀ ਫਿਰ ਮੈਂ ਬਹੁਤ ਸਾਰੇ ਦੋਸਤਾਂ ਮਿੱਤਰਾਂ ਨੂੰ, ਸੰਗਤ ਨੂੰ ਮਿਲਿਆ, ਬੀਬੀਆਂ ਭੈਣਾਂ ਮਿਲੀਆਂ, ਬੱਚੇ। ਉੱਥੇ ਵੀ ਕਿਤਾਬ ਜੋਰਾ 10 ਨੰਬਰੀ ਆ ਜਿਹੜੀ ਆ ਉਹ ਬਹੁਤ ਸਾਰੇ ਜਿਹੜੇ ਦੀਪ ਨੂੰ ਪਿਆਰ ਕਰਨ ਵਾਲੇ ਸੀ ਉਹਨਾਂ ਨੂੰ ਵੰਡੀ। ਕਿਉਂਕਿ ਇੱਕ ਬੀਬੀ ਨੇ ਮੈਨੂੰ ਕਿਹਾ ਸੀ ਕਿ ਮੇਰੇ ਵੱਲੋਂ ਇਹ ਕਿਤਾਬਾਂ ਤੁਸੀਂ ਮੁਫਤ ਵੰਡ ਦਿਓ। ਤੇ ਜਿਹਨੇ ਕਿਤਾਬ ਛਾਪੀ ਆ ਸਾਹਿਬ ਦੀ ਪ੍ਰਕਾਸ਼ਨ ਭਿੱਖੀ, ਉਹ ਜੋ ਵੀ ਉਹਦਾ ਖਰਚਾ ਸੀ ਉਹ ਬੀਬੀ ਨੇ ਸਾਹਿਬ ਦੀ ਪ੍ਰਕਾਸ਼ਨ ਵਾਲਾ ਉਹਨੂੰ ਭੇਜਤਾ ਸੀ। ਤੇ ਕਿਤਾਬਾਂ ਮੈਂ ਲੈ ਕੇ ਜਿਹੜੀਆਂ ਸੀਗੀਆਂ ਉਹ ਬਿਨਾਂ ਪੈਸਿਆਂ ਤੋਂ ਵੰਡੀਆਂ। ਮਤਲਬ ਇਹ ਵੀ ਦੀਪ ਦੇ ਨਾਲ ਜੋ ਪਿਆਰ ਹੈ ਤੁਹਾਡਾ ਸਾਰਿਆਂ ਦਾ, ਉਹਦੀ ਇੱਕ ਛੋਟੀ ਜਿਹੀ ਮਿਸਾਲ ਹੈ। ਤੇ ਦੀਪ ਸਿੱਧੂ ਮੈਮੋਰੀਅਲ ਟਰਸਟ ਵੱਲੋਂ ਹੀ ਇਹ ਪ੍ਰੋਗਰਾਮ ਸੀ। ਲੁਧਿਆਣੇ ਵਾਲਾ ਛੋਟਾ ਵੀਰ ਐਡਵੋਕੇਟ ਮਨਦੀਪ ਸਿੰਘ ਸਿੱਧੂ ਵੀ ਉੱਥੇ ਹਾਜ਼ਰ ਸੀ ਔਰ ਦੀਪ ਦੇ ਪਰਿਵਾਰ ਵੱਲੋਂ ਹੀ ਇਹ ਟਰਸਟ ਬਣਾਇਆ ਗਿਆ। ਇਹਦੇ ਬਾਰੇ ਮੈਂ ਇਹੀ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਸ ਤਰ੍ਹਾਂ ਵਾਰਿਸ ਪੰਜਾਬ ਦੇ ਇੱਕ ਜਥੇਬੰਦੀ ਆ ਉਹ ਆਪਣਾ ਕੰਮ ਕਰ ਰਹੀ ਹੈ, ਉਸੇ ਹੀ ਤਰ੍ਹਾਂ ਜਿਹੜੇ ਬਹੁਤ ਸਾਰੇ ਸੋਸ਼ਲ ਵੈਲਫੇਅਰ ਦੇ ਕੰਮ ਨੇ ਜਾਂ ਹੋਰ ਬਹੁਤ ਸਾਰੇ ਕੰਮ ਨੇ ਜਿਹੜੇ ਆਉਣ ਵਾਲੇ ਸਮੇਂ 'ਚ ਕੀਤੇ ਜਾਣਗੇ, ਉਹ ਪਰਿਵਾਰ ਵੱਲੋਂ ਉਹ ਦੀਪ ਸਿੱਧੂ ਮੈਮੋਰੀਅਲ ਟਰਸਟ ਵੱਲੋਂ ਕੀਤੇ ਜਾਣਗੇ। ਤੇ ਫਿਰ ਮੈਂ ਉੱਥੋਂ ਵਾਪਸ ਆਇਆ ਲੁਧਿਆਣਿਓਂ। ਬਰਨਾਲੇ ਆ ਕੇ ਮੈਂ ਰਾਤ ਰਿਹਾ ਕਿਉਂਕਿ ਅਗਲੇ ਦਿਨ ਜਿਹੜਾ ਪ੍ਰੋਗਰਾਮ ਸੀਗਾ ਉਹ ਬਰਨਾਲੇ ਤੋਂ 30 ਕਿਲੋਮੀਟਰ ਇੱਕ ਪਿੰਡ ਆ ਬਦਿਆਲਾ, ਸੰਤ ਫਤਿਹ ਸਿੰਘ ਹੁੰਦੇ ਸੀਗੇ ਪੁਰਾਣੇ ਮਹਾਂਪੁਰਸ਼, ਉਹਨਾਂ ਦਾ ਪਿੰਡ ਆ ਉਹ। ਉੱਥੇ ਦੀਪ ਦੀ ਯਾਦ ਦੇ ਵਿੱਚ ਸੰਗਤ ਨੇ ਗੁਰਮਤਿ ਸਮਾਗਮ ਕਰਾਇਆ ਸੀ। ਉੱਥੇ ਹਾਜ਼ਰੀ ਭਰੀ,
ਦੀਪ ਦੀ ਯਾਦ ਦੇ ਵਿੱਚ ਬੂਟੇ ਲਾਏ। ਫਿਰ ਮੈਂ ਉੱਥੋਂ ਇੱਥੇ ਵਾਪਸ ਮੋਹਾਲੀ ਆਇਆ। ਇਹ ਮੈਂ ਸਾਰਾ ਕੁਝ ਤੁਹਾਨੂੰ ਇਸ ਕਰਕੇ ਦੱਸ ਰਿਹਾ ਕਿ ਇਹ ਮੈਨੂੰ ਵਾਰੀ-ਵਾਰੀ ਉਹੀ ਗੱਲ ਲੱਗਦੀ ਹੁੰਦੀ ਹੈ ਕਿ ਜਿਸ ਤਰ੍ਹਾਂ ਦੀਪ ਮੇਰੀ ਇੱਕ ਡਿਊਟੀ ਲਾ ਗਿਆ, ਉਸ ਡਿਊਟੀ ਨੂੰ ਮੈਂ ਨਿਭਾਉਣ ਦੀ ਕੋਸ਼ਿਸ਼ ਕਰ ਰਿਹਾ। ਔਰ ਜਗ੍ਹਾ ਜਗ੍ਹਾ ਜਿੱਥੇ ਜਿੱਥੇ ਵੀ ਦੀਪ ਨੂੰ ਪਿਆਰ ਕਰਨ ਵਾਲੇ ਬੈਠੇ ਨੇ ਔਰ ਉਹ ਮੈਨੂੰ ਯਾਦ ਕਰਦੇ ਨੇ ਜਾਂ ਮੈਨੂੰ ਹੁਕਮ ਕਰਦੇ ਨੇ ਤੇ ਮੈਂ ਉੱਥੇ ਹਾਜ਼ਰ ਹੋ ਜਾਂਦਾ। ਤਾਂ ਮੈਂ ਇਹ ਗੱਲ ਮਹਿਸੂਸ ਕਰਦਾ ਕਿ ਹਰ ਜਗ੍ਹਾ ਨਵੇਂ ਹੀ ਲੋਕ ਮਿਲਦੇ ਨੇ, ਬਹੁਤ ਸਾਰੇ ਚਿਹਰੇ ਇਹੋ ਜਿਹੇ ਮਿਲਦੇ ਨੇ। ਜਿੱਦਾਂ ਬਦਿਆਲਾ ਪਿੰਡ ਆ ਜਿਹੜਾ, ਇਹ ਤਪਾ ਮੰਡੀ ਤੋਂ ਵੀ ਨੇੜੇ ਪੈਂਦਾ, ਰਾਮਪੁਰਾ ਫੂਲ ਤੋਂ ਵੀ ਨੇੜੇ ਪੈਂਦਾ, ਤੇ ਬਦਿਆਲੇ ਦੇ ਨਾਲ 1.5-2 ਕਿਲੋਮੀਟਰ ਤੇ ਪਿੰਡ ਆ ਜਿਉਂਦ, ਜਿੱਥੇ ਮੇਰੇ ਨਾਨਕੇ ਨੇ। ਮੈਂ ਉਹਨਾਂ ਪਿੰਡਾਂ 'ਚ ਨਿੱਕਾ ਹੁੰਦਾ ਬਹੁਤ ਰਿਹਾ। ਬਦਿਆਲੇ ਮੈਨੂੰ ਇੱਕ ਬੀਬੀ ਤੇ ਇੱਕ ਭਾਈ ਸਾਹਿਬ ਮਿਲਣ ਆਏ, ਪਤੀ ਪਤਨੀ। ਉਹ ਬਠਿੰਡਿਓਂ ਚੱਲ ਕੇ ਆਏ, ਜਦੋਂ ਕਿ ਉਹ ਬਠਿੰਡੇ ਮੇਰੇ ਘਰ ਕੋਲੇ ਹੀ ਰਹਿੰਦੇ ਨੇ, ਪਰ ਉਹ ਮੈਨੂੰ ਕਹਿੰਦੇ ਕਿ ਉੱਥੇ ਤੁਸੀਂ ਆਏ ਨਹੀਂ, ਤੁਹਾਡੇ ਨਾਲ ਮੁਲਾਕਾਤ ਨਹੀਂ ਹੋ ਸਕੀ, ਇਸ ਕਰਕੇ ਅਸੀਂ ਬਦਿਆਲੇ ਦਾ ਜਿਹੜਾ ਇਸ਼ਤਿਹਾਰ ਸੀ ਦੇਖ ਲਿਆ ਸੀ, ਅਸੀਂ ਤੁਹਾਨੂੰ ਮਿਲਣ ਆ ਗਏ। ਮੈਂ ਜਿਹੜੇ ਵੀ ਇਸ਼ਤਿਹਾਰ ਇਹ ਸ਼ੇਅਰ ਕਰਦਾ ਹੁੰਦਾ ਪ੍ਰੋਗਰਾਮਾਂ ਦੇ ਬਾਰੇ, ਉਹ ਕੋਈ ਆਪਦੀ ਜਿਹੜੀ ਆ ਪਬਲਿਸਿਟੀ ਲਈ ਨਹੀਂ ਕਰਦਾ ਹੁੰਦਾ। ਮੈਂ ਇਸ ਲਈ ਕਰਦਾ ਹੁੰਦਾ ਕਿ ਦੀਪ ਨੂੰ ਪਿਆਰ ਕਰਨ ਵਾਲੇ ਲੋਕ ਨੇ ਜਿਹੜੇ, ਉਹ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਇਕੱਠੇ ਹੋ ਸਕਣ। ਉਹਨਾਂ 'ਚ ਕੁਝ ਲੋਕ ਉਹ ਵੀ ਨੇ ਜੋ ਮੈਨੂੰ ਮਿਲਣਾ ਚਾਹੁੰਦੇ ਹੁੰਦੇ ਨੇ, ਦੀਪ ਨੂੰ ਪਿਆਰ ਕਰਦੇ ਨੇ, ਇਸ ਕਰਕੇ ਉਹ ਮੇਰੇ ਤੋਂ ਗੱਲਾਂ ਸੁਣਨੀਆਂ ਚਾਹੁੰਦੇ ਨੇ, ਜਿੱਦਾਂ ਹੁਣ ਆਪਾਂ ਸਾਰੇ ਗੱਲਾਂ ਕਰ ਰਹੇ ਹਾਂ। ਮੇਰਾ ਮਕਸਦ ਇਹੀ ਹੁੰਦਾ ਕਿ ਨੇੜਲੇ ਪਿੰਡਾਂ ਦੇ, ਸ਼ਹਿਰਾਂ ਦੇ ਲੋਕ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਇਕੱਠੇ ਹੋ ਸਕਣ, ਕਿਉਂਕਿ ਦੀਪ ਬਾਰੇ ਜਦੋਂ ਆਪਾਂ ਗੱਲ ਕਰਦੇ ਹਾਂ ਜਾਂ ਗੁਰੂ ਘਰ ਦੇ ਵਿੱਚ ਮੈਂ ਕੁਝ ਬੋਲਦਾ ਜਾਂ ਹੋਰ ਕੋਈ ਵਿਦਵਾਨ ਕੁਝ ਬੋਲਦੇ ਨੇ ਜਾਂ ਢਾਡੀ ਜਾਂ ਰਾਗੀ ਜੋ ਵੀ ਗਾਇਨ ਕਰਦੇ ਨੇ, ਤਾਂ ਦੀਪ ਦੀ ਸੋਚ ਆ ਜਿਹੜੀ ਉਹ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ। ਇਹੀ ਸਾਡਾ ਜਿਹੜਾ ਹੈਗਾ ਮੁੱਖ ਮਕਸਦ ਹੁੰਦਾ। ਇਸ ਕਰਕੇ ਤੁਸੀਂ ਵੀ ਜਦੋਂ ਦੇਖਿਆ ਕਰੋ ਕੋਈ ਵੀ ਦੀਪ ਦੀ ਯਾਦ ਦੇ ਵਿੱਚ ਕਰਵਾਇਆ ਜਾ ਰਿਹਾ ਗੁਰਮਤਿ ਸਮਾਗਮ ਤੇ ਉਹਦਾ ਇਸ਼ਤਿਹਾਰ, ਤਾਂ ਤੁਸੀਂ ਵੀ ਆਪਣਾ ਫਰਜ਼ ਸਮਝਦੇ ਹੋਏ ਵੱਧ ਤੋਂ ਵੱਧ ਉਹਨੂੰ ਸ਼ੇਅਰ ਕਰਿਆ ਕਰੋ, ਕਿਉਂਕਿ ਅੱਜ ਕੱਲ੍ਹ ਇਹਨਾਂ ਸੋਸ਼ਲ ਮੀਡੀਆ ਦਾ ਜਿਹੜਾ ਸਮਾਂ, ਤੇ ਇਹਦੀ ਵੱਧ ਤੋਂ ਵੱਧ ਵਰਤੋਂ ਸਾਨੂੰ ਕਰ ਲੈਣੀ ਚਾਹੀਦੀ ਹੈ, ਕਿਉਂਕਿ ਇਹ ਸਾਡੀ ਜ਼ਰੂਰਤ ਹੈ। ਔਰ ਅਸੀਂ ਕੋਈ ਇਹਦੇ 'ਚ ਹਲਕੀ ਗੱਲ ਨਹੀਂ ਕਰ ਰਹੇ, ਅਸੀਂ ਇਹਦੇ 'ਚ ਇੱਕ ਬਹੁਤ ਗੰਭੀਰ ਗੱਲ ਕਰ ਰਹੇ ਹਾਂ। ਦੀਪ ਬਾਰੇ, ਪੰਜਾਬ ਬਾਰੇ, ਕੌਮ ਬਾਰੇ ਬਹੁਤ ਸਾਰੀਆਂ ਜਿਹੜੀਆਂ ਨੇ ਚੰਗੀਆਂ ਗੱਲਾਂ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਨਵੀਂ ਪੀੜ੍ਹੀ ਤੱਕ ਇਹ ਗੱਲਾਂ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ। ਇਸ ਕਰਕੇ ਮੈਂ ਤੁਹਾਨੂੰ ਇਹ ਕਦੇ ਬੇਨਤੀ ਨਹੀਂ ਕੀਤੀ, ਕਿਉਂਕਿ ਮੇਰਾ ਧਿਆਨ ਹੀ ਨਹੀਂ ਇਹਨਾਂ ਗੱਲਾਂ ਵੱਲ, ਪਰ ਫਿਰ ਵੀ ਮੇਰੇ ਦਿਮਾਗ 'ਚ ਅੱਜ ਇਹ ਆਇਆ ਕਿ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ। ਪੋਸਟਰ ਹੁੰਦੇ ਆ ਜਿਹੜੇ, ਜਾਂ ਦੀਪ ਨਾਲ ਸੰਬੰਧਿਤ ਕੋਈ ਵੀ ਵੀਡੀਓ ਹੈ, ਜਿਵੇਂ ਕਿ ਇਹੀ ਵੀਡੀਓ ਹੈ, ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ। ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ। ਔਰ ਵਾਰੀ ਫਿਰ ਉਹੀ ਗੱਲ ਕਹਿੰਦਾ, ਮੈਂ ਵੈਸੇ ਚੰਗਾ ਨਹੀਂ ਲੱਗਦਾ, ਤੁਸੀਂ ਸਾਰੇ ਮੈਨੂੰ ਜਾਣਦੇ ਹੋ, ਮੈਨੂੰ ਪਿਆਰ ਕਰਦੇ ਹੋ, ਪਰ ਫਿਰ ਵੀ ਮੇਰੇ ਮਨ 'ਚ ਇਹ ਗੱਲ ਆ ਜਾਂਦੀ ਹੈ ਕਿ ਕਿਉਂਕਿ ਇਹ ਗੱਲ ਕਹਿਣ ਵਾਲੇ ਲੋਕ ਹਟਦੇ ਨਹੀਂ ਕਿ ਤੁਸੀਂ ਦੀਪ ਦੇ ਨਾਂ ਦਾ ਫਾਇਦਾ ਉਠਾ ਰਹੇ ਹੋ, ਜਾਂ ਤੁਸੀਂ ਕੋਈ ਪੈਸੇ ਕਮਾ ਰਹੇ ਹੋ, ਜਾਂ ਕੋਈ ਤੁਸੀਂ ਆਪਦੇ ਫਾਲੋਅਰ ਵਧਾ ਰਹੇ ਹੋ। ਇਕੱਲੇ ਮੈਨੂੰ ਹੀ ਨਹੀਂ, ਸਾਡੇ ਹੋਰ ਵੀ ਜਿਹੜੇ ਭਰਾ ਨੇ ਜਾਂ ਸਾਡੀਆਂ ਕੁੜੀਆਂ ਨੇ, ਜਦੋਂ ਕੋਈ ਵੀ ਪੋਸਟ ਪਾਉਂਦੇ ਆ ਉਹਦੇ 'ਚ 1-2 ਇਹੋ ਜਿਹੇ ਕਮੈਂਟ ਜ਼ਰੂਰ ਆ ਜਾਂਦੇ ਨੇ ਕਿ ਤੁਸੀਂ ਦੀਪ ਦੇ ਨਾਂ ਦਾ ਫਾਇਦਾ ਉਠਾ ਰਹੇ ਹੋ, ਜਾਂ ਤੁਸੀਂ ਪੈਸੇ ਕਮਾ ਰਹੇ ਹੋ, ਜਾਂ ਤੁਸੀਂ ਬਿਜ਼ਨਸ ਕਰ ਰਹੇ ਹੋ। ਮੈਂ ਇਹਨਾਂ ਗੱਲਾਂ 'ਤੇ ਹੁਣ ਅਸਰ ਨਹੀਂ ਕਰਦੀਆਂ ਇਹ ਗੱਲਾਂ, ਪਰ ਮੈਂ ਉਹਨਾਂ ਮਹਾਂਪੁਰਸ਼ਾਂ ਨੂੰ ਜਿਹੜੇ ਇਸ ਕਿਸਮ ਦੇ ਕਮੈਂਟ ਕਰਦੇ ਨੇ, ਉਹਨਾਂ ਨੂੰ ਇਹ ਬੇਨਤੀ ਜ਼ਰੂਰ ਕਰੂੰਗਾ ਕਿ ਕਦੇ ਜ਼ਾਤੀ ਤੌਰ 'ਤੇ ਆ ਕੇ ਸਾਨੂੰ ਮਿਲਿਓ ਜ਼ਰੂਰ, ਮੈਨੂੰ ਮਿਲਿਓ।
ਮੇਰੀ ਜ਼ਿੰਦਗੀ ਜੋ ਮੈਂ ਜਿਉਂ ਰਿਹਾ ਉਹ ਦੇਖਿਓ, ਮੇਰਾ ਘਰ ਦੇਖਿਓ ਤੇ ਮੇਰਾ ਬੈਂਕ ਬੈਲੈਂਸ ਵੀ ਦੇਖਿਓ, ਮੇਰੇ ਖਾਤੇ ਵੀ ਚੈੱਕ ਕਰਿਓ। ਤੁਹਾਨੂੰ ਪਤਾ ਲੱਗ ਜਾਊਗਾ ਕਿ ਮੈਂ ਕਿੰਨਾ ਕੁ ਬਿਜ਼ਨਸ ਕਰ ਰਿਹਾ, ਕਿੰਨੇ ਕੁ ਮੈਂ ਪੈਸੇ ਕਮਾ ਰਿਹਾ ਦੀਪ ਦੇ ਨਾਂ ਤੇ। ਤੁਹਾਨੂੰ ਇਹ ਵੀ ਪਤਾ ਲੱਗ ਜੂ, ਕਿਉਂਕਿ ਮੈਂ ਇਹ ਗੱਲ ਵਾਰ-ਵਾਰ ਕਹਿੰਦਾ ਚੰਗਾ ਨਹੀਂ ਲੱਗਦਾ, ਪਰ ਮੈਨੂੰ ਕਈ ਵਾਰੀ ਇਹ ਗੱਲ ਲੱਗਦਾ ਹੁੰਦਾ ਕਿ ਮੈਂ ਤਾਂ ਜਿੱਥੇ ਵੀ ਕਿਤੇ ਜਾਣਾ, ਮੈਂ ਤਾਂ ਉਹ ਜੋ ਮੈਨੂੰ ਦੇਣਾ ਚਾਹੁੰਦੇ ਹੁੰਦੇ ਆ, ਪ੍ਰੋਗਰਾਮ ਕਰਵਾਉਣ ਵਾਲੇ, ਸਮਾਗਮ ਕਰਵਾਉਣ ਵਾਲੇ ਕਹਿ ਦਿੰਦੇ ਆ ਕਿ ਤੇਲ ਦਾ ਖਰਚਾ ਲੈ ਲਓ ਬਾਈ ਜੀ, ਇਹ ਗੱਡੀ ਦਾ ਖਰਚਾ ਲੈ ਲਓ। ਮੈਂ ਤਾਂ ਕਦੇ ਉਹ ਵੀ ਨਹੀਂ ਲਿਆ ਉਹਨਾਂ ਤੋਂ। ਔਰ ਆਰਥਿਕ ਤੌਰ ਤੇ ਤੰਗ ਹੋਣ ਦੇ ਬਾਵਜੂਦ ਵੀ ਜੋ ਵੀ ਕਿਤੇ ਖਰਚਾ ਹੁੰਦਾ ਉਹ ਇਸ ਕਰਕੇ ਆਪਦੀ ਜੇਬ ਚੋਂ ਕਰਕੇ ਜਾਈਦਾ, ਕਿਉਂਕਿ ਦੀਪ ਸਾਡਾ ਸੀ, ਦੀਪ ਸਾਡਾ ਭਰਾ ਸੀ, ਦੀਪ ਸਾਡਾ ਭਰਾ ਹੈ। ਔਰ ਅਸੀਂ ਜੋ ਕੁਝ ਵੀ ਕਰ ਰਹੇ ਹਾਂ, ਮੈਂ ਜੋ ਕੁਝ ਵੀ ਕਰ ਰਿਹਾ, ਅਸੀਂ ਸਿਰਫ ਦੀਪ ਕਰਕੇ ਕਰ ਰਹੇ। ਸਾਡਾ ਹੋਰ ਕੋਈ ਮਕਸਦ ਨਹੀਂ। ਸਾਡਾ ਇਹ ਮਕਸਦ ਹੈ ਕਿ ਦੀਪ ਦੀ ਸੋਚ ਨੂੰ ਅੱਗੇ ਲੈ ਕੇ ਜਾਈਏ। ਔਰ ਤੁਸੀਂ ਸਾਰੇ ਦੀਪ ਨੂੰ ਪਿਆਰ ਕਰਦੇ ਹੋ, ਦੀਪ ਦੀਆਂ ਗੱਲਾਂ ਸੁਣਨੀਆਂ ਚਾਹੁੰਦੇ ਹੋ, ਇਸ ਕਰਕੇ ਤੁਹਾਡੇ ਨਾਲ ਵੱਧ ਤੋਂ ਵੱਧ ਅਸੀਂ ਗੱਲਾਂ ਕਰ ਸਕੀਏ, ਕਿਉਂਕਿ ਮੈਨੂੰ ਵੀ ਦੀਪ ਦੀਆਂ ਗੱਲਾਂ ਕਰਨੀਆਂ ਚੰਗੀਆਂ ਲੱਗਦੀਆਂ ਨੇ। ਸਾਡੇ ਹੋਰ ਵੀ ਜਿਹੜੇ ਮੁੰਡੇ ਪੋਸਟਾਂ ਪਾਉਂਦੇ ਆ ਜਾਂ ਕੁੜੀਆਂ, ਜਿੱਦਾਂ ਆਪਣੀ ਕੁੱਲ ਸਿੱਧੂ ਆ, ਉਹਨੂੰ ਵੀ ਚੰਗੀਆਂ ਲੱਗਦੀਆਂ ਨੇ ਦੀਪ ਦੀਆਂ ਗੱਲਾਂ ਕਰਨੀਆਂ, ਕਿਉਂਕਿ ਅੱਜ ਦੀਪ ਨੂੰ ਗਿਆ ਜਿਹੜਾ ਹੈਗਾ ਉਹ 1 ਮਹੀਨਾ ਤੇ ਮੈਨੂੰ ਲੱਗਦਾ ਵੀ 20 ਦਿਨ ਹੋ ਗਏ ਹੋਣਗੇ। ਅਸੀਂ ਕੋਈ ਪੋਸਟ ਨਹੀਂ ਪਾਈ, ਹੋਰ ਕੋਈ ਗੱਲ ਨਹੀਂ ਕੀਤੀ, ਨਾ ਕਰਨ ਨੂੰ ਜੀ ਕਰਦਾ। ਤੁਸੀਂ ਸਾਰੇ ਇਸ ਗੱਲ ਦੇ ਗਵਾਹ ਹੋ। ਫਿਰ ਵੀ ਕਈ ਵਾਰੀ ਇਹ ਵੀ ਲੱਗਦਾ ਹੁੰਦਾ ਵੀ ਚਲੋ ਸਾਰਾ ਕੁਝ ਬੰਦ ਕਰ ਦਈਏ, ਫੇਸਬੁੱਕ ਵੀ ਬੰਦ ਕਰ ਦਈਏ, YouTube ਤੇ ਵੀਡੀਓ ਪਾਉਣੇ ਵੀ ਬੰਦ ਕਰ ਦਈਏ, ਇੰਸਟਾਗ੍ਰਾਮ ਵੀ ਬੰਦ ਕਰ ਦਈਏ, ਬਸ ਸਿਰਫ ਆਪਦਾ ਫੋਨ ਰੱਖੀਏ, ਜਿਹੜਾ ਫੋਨ ਆਉਂਦਾ ਹੁੰਦਾ ਉਹ ਸੁਣ ਲਿਆ ਕਰੀਏ। ਪਰ ਤੁਹਾਡਾ ਖਿਆਲ ਆ ਜਾਂਦਾ, ਤੁਸੀਂ ਜਿਹੜੇ ਮੈਨੂੰ ਪਰਸਨਲੀ ਜਾਣਦੇ ਹੋ, ਮਤਲਬ ਫੋਨ ਕਰਦੇ ਹੋ, ਮੈਸੇਜ ਕਰਦੇ ਹੋ। ਪਰਸਨਲੀ ਜਾਣਨ ਦਾ ਮਤਲਬ ਇਹ ਨਹੀਂ ਕਿ ਤੁਸੀਂ ਮੈਨੂੰ ਮਿਲੇ ਹੋ, ਤੁਸੀਂ ਮੈਨੂੰ ਨਹੀਂ ਮਿਲੇ, ਤੁਸੀਂ ਦੀਪ ਨੂੰ ਵੀ ਨਹੀਂ ਮਿਲੇ, ਪਰ ਤੁਹਾਡਾ ਪਿਆਰ ਭੈਣਾਂ ਦਾ, ਭਰਾਵਾਂ ਦਾ, ਪੂਰੀ ਦੁਨੀਆ 'ਚੋਂ ਮੈਨੂੰ ਮੈਸੇਜ ਕਰਦੇ ਹੋ। ਮੇਰੇ ਫੋਨ 'ਚ ਮੈਸੇਜ ਨੇ, ਮੇਰੇ ਇਨਬਾਕਸ ਫੇਸਬੁੱਕ 'ਚ ਨੇ ਜਾਂ ਇੰਸਟਾਗ੍ਰਾਮ 'ਚ ਨੇ। ਫਿਰ ਮੈਨੂੰ ਤੁਹਾਡਾ ਖਿਆਲ ਆ ਜਾਂਦਾ, ਫਿਰ ਮੈਨੂੰ ਇਹ ਹੁੰਦਾ ਕਿ ਅਸੀਂ ਸਾਰੇ ਇੱਕ ਪਰਿਵਾਰ ਹਾਂ, ਅਸੀਂ ਉਸ ਦਰਦ ਦੇ ਰਿਸ਼ਤੇਦਾਰ ਹਾਂ ਇੱਕ ਦੂਜੇ ਦੇ, ਜਿਹੜੇ ਦਰਦ ਦੇ ਵਿੱਚ ਸਾਨੂੰ ਦੀਪ ਪਰੋ ਗਿਆ, ਜਿਹੜਾ ਦੀਪ ਸਾਨੂੰ ਬੰਨ੍ਹ ਗਿਆ, ਜਿਹੜੇ ਰਿਸ਼ਤੇ ਦੇ ਵਿੱਚ ਅਸੀਂ ਉਸ ਰਿਸ਼ਤੇ ਦੇ ਧਾਗੇ ਦੇ ਵਿੱਚ ਬੰਨੇ ਆ, ਉਸ ਡੋਰੀ 'ਚ ਪਰੋਏ ਆ। ਇਸ ਕਰਕੇ ਜੋ ਕੁਝ ਮਾੜਾ ਕਹਿੰਦੇ ਆ ਜਿਹੜੇ, ਉਹ ਕਹੀ ਜਾਣ ਦੇ, ਕੋਈ ਗੱਲ ਨਹੀਂ। ਅਸੀਂ ਤਾਂ ਇੱਕ ਦੂਜੇ ਦੇ ਦੁੱਖ ਵੰਡਾਉਂਦੇ ਹੀ ਰਹਿਣਾ ਜਿੰਨਾ ਚਿਰ ਜਿਉਂਦੇ ਰਹਾਂਗੇ, ਕਿਉਂਕਿ ਸਾਡੇ ਕੋਲੇ ਤਾਂ ਹੋਰ ਕੋਈ ਗੱਲ ਵੀ ਨਹੀਂ ਗੀ, ਦੀਪ ਦੀਆਂ ਹੀ ਗੱਲਾਂ ਨੇ। ਖੈਰ, ਪ੍ਰਮਾਤਮਾ ਉਹਨਾਂ ਨੂੰ ਸਦਬੁੱਧੀ ਦੇਵੇ, ਉਹ ਵਸਦੇ ਰਹਿਣ। ਅਸੀਂ ਤਾਂ ਉਜੜੇ ਹੀ ਚੰਗੇ ਆ। ਮੈਂ ਪਿਛਲੇ ਦਿਨਾਂ 'ਚ ਹੋਰ ਵੀ ਕਈ ਗੱਲਾਂ ਐਸੀਆਂ ਵਾਪਰੀਆਂ ਜਿਨ੍ਹਾਂ ਕਰਕੇ ਮਨ ਬਹੁਤ ਪਰੇਸ਼ਾਨ ਹੋਇਆ, ਬਹੁਤ ਦੁੱਖ ਹੋਇਆ ਮੈਨੂੰ। ਉਹ ਗੱਲਾਂ ਨੇ ਕਿ ਬਹੁਤ ਸਾਰੇ ਸਾਡੇ ਜਿਹੜੇ ਸਾਥੀ ਨੇ, ਮੇਰੇ ਨਹੀਂ ਸਾਥੀ, ਉਹ ਦੀਪ ਦੇ ਸਾਥੀ ਰਹੇ ਨੇ, ਦੀਪ ਦੇ ਕਿਸਾਨ ਅੰਦੋਲਨ ਦੇ ਵਿੱਚ ਜਿਉਂਦੇ ਜੀ ਉਹਦੇ ਸਾਥੀ ਰਹੇ, ਜਿਹੜੇ ਉਹ ਇੱਕ ਦੂਜੇ ਦੇ ਖਿਲਾਫ ਦੂਸ਼ਣਬਾਜ਼ੀ ਕਰ ਰਹੇ ਨੇ, ਇੱਕ ਦੂਜੇ ਦੇ ਖਿਲਾਫ ਬਿਆਨ ਦੇ ਰਹੇ ਨੇ, ਇੱਕ ਦੂਜੇ ਦੇ ਖਿਲਾਫ ਇੰਟਰਵਿਊਆਂ ਦੇ ਰਹੇ ਨੇ। ਤੇ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਇੱਦਾਂ ਨਹੀਂ ਕਰਨਾ ਚਾਹੀਦਾ, ਦੀਪ ਦੀ ਆਤਮਾ ਨੂੰ ਦੁੱਖ ਹੋਊਗਾ। ਮੈਂ ਪਰਸਨਲੀ ਵੀ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਜੇ ਮੇਰੀ ਆਵਾਜ਼ ਉਹਨਾਂ ਤੱਕ ਪਹੁੰਚਦੀ ਆ ਤਾਂ ਇਸ ਤਰ੍ਹਾਂ ਉਹ ਨਾ ਕਰਨ। ਪਰ ਮਨੁੱਖ ਆ ਜਿਹੜਾ, ਉਹ ਹਉਮੈ ਦਾ ਪੁਤਲਾ ਹੈ, ਕੋਈ ਦੂਜੇ ਦੇ
ਹੇਠਾਂ ਲੱਗਣ ਨੂੰ ਤਿਆਰ ਨਹੀਂ। ਜੇ ਕਿਸੇ ਨੂੰ ਇੱਕ ਨਾਲ ਗੱਲ ਕਰੀਏ ਤਾਂ ਉਹ ਕਹਿੰਦਾ ਜੀ ਪਹਿਲਾਂ ਮੈਂ ਥੋੜੀ ਕਿਹਾ, ਪਹਿਲਾਂ ਤਾਂ ਉਹ ਫਲਾਣੇ ਬੰਦੇ ਨੇ ਮੇਰੇ ਖਿਲਾਫ ਬੋਲਿਆ। ਕੋਈ ਨੀਵਾਂ ਹੋਣ ਨੂੰ ਤਿਆਰ ਨਹੀਂ, ਕੋਈ ਝੁਕਣ ਨੂੰ ਤਿਆਰ ਨਹੀਂ, ਕੋਈ ਮਾਫੀ ਮੰਗਣ ਨੂੰ ਤਿਆਰ ਨਹੀਂ। ਦੀਪ ਇਹੋ ਜਿਹਾ ਤਾਂ ਨਹੀਂ ਸੀਗਾ, ਤੁਸੀਂ ਸਾਰੇ ਜਾਣਦੇ ਹੋ। ਦੀਪ ਨੇ ਤਾਂ ਦੁਸ਼ਮਣ ਨਾਲ ਵੀ ਪਿਆਰ ਨਾਲ ਗੱਲ ਕੀਤੀ। ਜੇ ਕਿਸੇ ਨੇ ਮਾਫੀ ਮੰਗ ਲਈ ਤਾਂ ਉਹਨੇ ਗੁੱਸਾ ਵੀ ਆਪਦਾ ਸੀ ਜਿਹੜਾ ਉਹ ਤਿਆਗਤਾ। ਉਹ ਬਹੁਤ ਹੋਰ ਤਰ੍ਹਾਂ ਦਾ ਬੰਦਾ ਸੀ। ਹੁਣ ਗੱਲਾਂ ਆਪਾਂ ਸਾਰੇ ਇਹ ਕਰਦੇ ਹਾਂ ਕਿ ਦੀਪ ਸਿੱਧੂ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ, ਤੇ ਆਪਾਂ ਇੱਕ ਦੂਜੇ ਦੇ ਕੱਪੜੇ ਪਾੜਨ ਤੇ ਲੱਗੇ ਹੋਏ ਆ। ਮੈਨੂੰ ਬਹੁਤ ਦੁੱਖ ਆ ਇਸ ਗੱਲ ਦਾ। ਮੈਨੂੰ ਬਹੁਤ ਸਾਰੇ ਤੁਹਾਡੇ ਦੋਸਤਾਂ ਮਿੱਤਰਾਂ ਦੇ, ਭੈਣਾਂ ਵੀਰਾਂ ਦੇ, ਵੱਡਿਆਂ ਦੇ, ਛੋਟਿਆਂ ਦੇ ਮੈਸੇਜ ਵੀ ਆਉਂਦੇ ਨੇ, ਫੋਨ ਵੀ ਆਉਂਦੇ ਨੇ ਕਿ ਬਾਈ ਜੀ ਉਹਨਾਂ ਨੂੰ ਸਮਝਾਓ ਕਿ ਇਸ ਤਰ੍ਹਾਂ ਨਾ ਕਰਨ। ਦੀਪ ਨੂੰ ਦੀ ਸੋਚ ਆ ਜਿਹੜੀ, ਦੀਪ ਦੀ ਜਿਹੜੀ ਰੂਹ ਆ, ਉਹਨੂੰ ਸੱਟ ਵੱਜਦੀ ਆ। ਔਰ ਸਾਡੇ ਜਿਹੜੇ ਵਿਰੋਧੀ ਨੇ ਉਹ ਖੁਸ਼ ਹੁੰਦੇ ਨੇ ਇਸ ਗੱਲ ਤੇ। ਪਰ ਮੈਨੂੰ ਸਮਝ ਨਹੀਂ ਆ ਰਹੀ, ਇਹ ਸਾਡੀ ਕੌਮ ਦੇ ਵਿੱਚ ਬਹੁਤ ਵੱਡਾ ਔਗਣ ਆ ਸ਼ੁਰੂ ਤੋਂ ਹੀ, ਹੁਣ ਨਹੀਂ ਪਹਿਲਾਂ ਤੋਂ ਹੀ। ਜੇ ਕਿਤੇ ਜਿਵੇਂ ਕਹਿੰਦੇ ਹੁੰਦੇ ਆ ਸਿਆਣੇ ਕਿ ਜੇ ਸਾਡੀ ਕੌਮ ਦੇ ਵਿੱਚ ਕਿਤੇ ਥਵਾਕ ਹੁੰਦਾ, ਜਿਵੇਂ ਜਾਂ ਸਾਡੀ ਜਿਹਨੂੰ ਆਪਾਂ ਕਹਿ ਲਈਏ ਕਿ ਜੇ ਸਾਡੀ ਕੌਮ 'ਚ ਏਕਾ ਹੁੰਦਾ, ਜੇ ਅਸੀਂ ਸਿਰ ਜੋੜ ਕੇ ਬੈਠ ਸਕਦੇ ਹੁੰਦੇ ਤਾਂ ਅਸੀਂ ਸਾਰੀ ਦੁਨੀਆ ਤੇ ਰਾਜ ਕਰਨਾ ਸੀ। ਇਹਨਾਂ ਗੱਲਾਂ ਕਰਕੇ, ਇੱਕ ਦੂਜੇ ਨਾਲ ਲੜਨ ਕਰਕੇ, ਇੱਕ ਦੂਜੇ ਦੀਆਂ ਲੱਤਾਂ ਖਿੱਚਣ ਕਰਕੇ ਅਸੀਂ ਅੱਜ ਆਪਦੇ ਦੇਸ਼ 'ਚ, ਮਤਲਬ ਦੇਸ਼ ਪੰਜਾਬ ਦੇ ਵਿੱਚ ਵੀ ਗੁਲਾਮਾਂ ਵਾਲੀ ਜ਼ਿੰਦਗੀ ਜਿਉ ਰਹੇ ਹਾਂ। ਅਸੀਂ ਬਹੁਤ ਗੱਲਾਂ ਐਸੀਆਂ ਨੇ ਜਿਹੜੀਆਂ ਅਸੀਂ ਭੁਲਾ ਦਿੱਤੀਆਂ, ਇਤਿਹਾਸ ਭੁਲਾ ਦਿੱਤਾ। ਉਹ ਸਮਾਂ ਹੋਰ ਸੀ ਜਦੋਂ ਖਾਲਸੇ ਦਾ ਰਾਜ ਹੁੰਦਾ ਸੀ। ਫਿਰ ਅਸੀਂ ਖੁਦ ਹੀ ਗਦਾਰੀਆਂ ਕੀਤੀਆਂ। ਮਹਾਰਾਜਾ ਰਣਜੀਤ ਸਿੰਘ ਹੋਰਾਂ ਤੋਂ ਬਾਅਦ, ਪਹਿਲਾਂ ਹਰੀ ਸਿੰਘ ਨਲੂਆ ਹੋਰਾਂ ਤੋਂ ਬਾਅਦ, ਫਿਰ ਅਸੀਂ ਕਿਸ ਕਿਸਮ ਦੀਆਂ ਗਦਾਰੀਆਂ ਕੀਤੀਆਂ, ਕਿਵੇਂ ਅਸੀਂ ਖਾਲਸਾ ਰਾਜ ਨੂੰ ਖੁਦ ਹੀ ਢਹਿ ਢੇਰੀ ਕੀਤਾ। ਗਦਾਰਾਂ ਨੇ ਕਿਵੇਂ ਸਾਡੀਆਂ ਜਿਹੜੀਆਂ ਜੜ੍ਹਾਂ ਸੀ ਉਹਦੇ ਵਿੱਚ ਤੇਲ ਦਿੱਤਾ। ਇਹ ਇਤਿਹਾਸ ਦੇ ਵਿੱਚ ਬਹੁਤ ਸਾਰੀਆਂ ਇਹਦੇ 'ਚ ਗੱਲਾਂ ਨੇ। ਕੰਵਰ ਨਿਹਾਲ ਸਿੰਘ ਦਾ ਇਤਿਹਾਸ ਪੜ੍ਹੋ, ਜਾਂ ਸਾਡੇ ਮਹਾਰਾਜਾ ਰਣਜੀਤ ਸਿੰਘ ਦਾ ਪੂਰਾ ਖਾਨਦਾਨ, ਦਲੀਪ ਸਿੰਘ ਹੋਰਾਂ ਤੱਕ ਸਾਡੇ ਨਾਲ ਕਿਵੇਂ ਵਾਪਰੀ, ਅਸੀਂ ਕਿਵੇਂ ਖੇਰੂ ਹੋਏ। ਇਹ ਸਾਰਾ ਕੁਝ ਸਮਝਣ ਦੀ ਲੋੜ ਆ, ਪਰ ਅਸੀਂ ਇਹ ਸਮਝਦੇ ਨਹੀਂ ਗੇ। ਅਸੀਂ ਹਮੇਸ਼ਾ ਉਹ ਗਲਤੀਆਂ ਦੁਹਰਾਉਂਦੇ ਆ, ਔਰ ਜਾਣ ਬੁੱਝ ਕੇ ਦੁਹਰਾਉਂਦੇ ਆ, ਜਿਨ੍ਹਾਂ ਦਾ ਵਜਾਨਾ ਭਰ ਕੇ ਅੱਜ ਅਸੀਂ ਇਸ ਹਾਲਤ ਦੇ ਵਿੱਚ ਪਹੁੰਚੇ ਆ। ਫਿਰ ਅਸੀਂ ਕਹਿੰਦੇ ਆ ਕਿ ਜੀ ਸਾਡੇ ਨਾਲ ਸਰਕਾਰਾਂ ਧੱਕਾ ਕਰਦੀਆਂ ਨੇ, ਸਾਡੇ ਨਾਲ ਹਕੂਮਤਾਂ ਧੱਕਾ ਕਰਦੀਆਂ ਨੇ। ਦੇਖੋ ਜੀ, ਸਾਡੀ ਕੌਮ ਦੇ ਨਾਲ ਐਂ ਕੀਤਾ ਜਾਂਦਾ। ਅਸੀਂ ਇਹ ਗੱਲ ਬਿਲਕੁਲ ਨਹੀਂ ਸੋਚਦੇ ਕਿ ਅਸੀਂ ਖੁਦ ਕੀ ਕਰਦੇ ਹਾਂ ਆਪਦੀ ਕੌਮ ਨਾਲ, ਆਪਦੇ ਭਾਈਚਾਰੇ ਨਾਲ ਅਸੀਂ ਕੀ ਕਰਦੇ ਹਾਂ। ਮੈਨੂੰ ਬਹੁਤ ਦੁੱਖ ਹੁੰਦਾ ਇਸ ਗੱਲ ਦਾ। ਫਿਰ ਮੈਂ ਇਹ ਸੋਚਦਾ ਹੁੰਦਾ ਕਿ ਠੀਕ ਹੈ, ਚਲੋ ਕੋਈ ਗੱਲ ਨਹੀਂ। ਮੇਰੀ ਤਾਂ ਉਹ ਗੱਲ ਆ ਵੀ ਮੈਂ ਤਾਂ ਦੀਪ ਨੂੰ ਪਿਆਰ ਕਰਦਾ, ਦੀਪ ਦੇ ਪ੍ਰਤੀ ਮੈਂ ਸਮਰਪਿਤ ਹਾਂ। ਮੇਰੇ ਵਰਗੇ ਹੋਰ ਵੀ ਬਹੁਤ ਸਾਰੇ ਲੋਕ ਨੇ। ਜੇ ਸਾਡੀ ਤੁਸੀਂ ਨਹੀਂ ਸੁਣੋਗੇ ਤਾਂ ਅਸੀਂ ਤੁਹਾਡੇ ਨਾਲ ਨਹੀਂ ਗੱਲ ਕਰਾਂਗੇ। ਪਰ ਅਸੀਂ ਦੀਪ ਨੂੰ ਜਵਾਬ ਦੇ ਹਾਂ। ਅਸੀਂ ਦੀਪ ਨੂੰ ਪਿਆਰ ਕਰਦੇ ਹਾਂ। ਅਸੀਂ ਗੁਰੂ ਨੂੰ ਜਵਾਬ ਦੇ ਹਾਂ, ਕਿਉਂਕਿ ਗੁਰੂ ਦੀ ਦਿਖਾਇਆ ਜਿਹੜਾ ਰਸਤਾ, ਉਹਦੇ ਤੇ ਅਸੀਂ ਚੱਲਣ ਦੀ ਕੋਸ਼ਿਸ਼ ਕਰਦੇ ਹਾਂ। ਗੁਰੂ ਦੇ ਫਲਸਫੇ ਤੇ ਚੱਲਣ ਦੀ ਕੋਸ਼ਿਸ਼ ਕਰਦੇ ਹਾਂ। ਇਸ ਕਰਕੇ ਅਸੀਂ ਉਹ ਕੰਮ ਆਪਦਾ ਕਰਦੇ ਰਹਾਂਗੇ ਚੁੱਪਚਾਪ, ਭਾਵੇਂ ਸਾਨੂੰ ਵਿਅਕਤੀਗਤ ਤੌਰ ਤੇ ਹੀ ਕਰਨਾ ਪਵੇ। ਬੇਸ਼ੱਕ ਮੈਨੂੰ ਇਕੱਲੇ ਨੂੰ ਹੀ ਕਰਨਾ ਪਵੇ, ਬੇਸ਼ੱਕ ਮੈਂ ਕਿਸੇ ਟਰਸਟ ਦੇ ਵਿੱਚ ਨਾ ਹੋਵਾਂ, ਬੇਸ਼ੱਕ ਮੈਂ ਕਿਸੇ ਜਥੇਬੰਦੀ 'ਚ ਨਾ ਹੋਵਾਂ, ਫਿਰ ਮੈਂ ਇਕੱਲਾ ਹੀ ਕੰਮ ਕਰੀ ਜਾਊਂਗਾ ਜੋ ਮੈਂ ਕਰ ਸਕਦਾ,
ਦੀਪ ਸਿੱਧੂ ਨੂੰ ਜਿਉਂਦਾ ਰੱਖਣ ਲਈ, ਉਹਦੀ ਸੋਚ ਨੂੰ ਜਿਉਂਦਾ ਰੱਖਣ ਲਈ, ਉਹਦੀ ਸੋਚ ਨੂੰ ਨੌਜਵਾਨ ਪੀੜ੍ਹੀ ਤੱਕ ਲਿਜਾਣ ਲਈ, ਪੰਜਾਬ ਲਈ, ਸਾਡੀ ਕੌਮ ਲਈ ਜੋ ਕੁਝ ਵੀ ਮੈਂ ਕਰ ਸਕਦਾ ਉਹ ਮੈਂ ਕਰਦਾ ਰਹੂੰਗਾ। ਜਿਹੜਾ ਬਹੁਤ ਪਿਛਲੇ ਸਮੇਂ 'ਚ ਮੈਂ ਨਹੀਂ ਕੀਤਾ, ਕਿਉਂਕਿ ਮੈਂ ਆਪਦੇ ਕੰਮਾਂ 'ਚ ਰੁੱਝਿਆ ਹੋਇਆ ਸੀ। ਮੈਂ ਰੋਜ਼ੀ ਰੋਟੀ ਕਮਾਉਣ ਖਾਤਰ ਜੋ ਕੰਮ ਕਰਨੇ ਸੀ, ਆਪਦੀਆਂ ਫਿਲਮਾਂ ਬਣਾਉਣੀਆਂ ਜਾਂ ਲਿਖਣਾ, ਪਰ ਉਸ ਵਕਤ ਮੈਨੂੰ ਇਸ ਗੱਲ ਦੀ ਸੰਤੁਸ਼ਟੀ ਹੁੰਦੀ ਸੀ ਕਿ ਦੀਪ ਹੈਗਾ ਫੀਲਡ ਦੇ ਵਿੱਚ। ਪਰ ਹੁਣ ਜੇ ਦੀਪ ਹੈ ਨਹੀਂ ਤਾਂ ਮੈਨੂੰ ਹੋਰ ਕੰਮ ਕਰਨੇ ਪੈਣਗੇ ਜਿਹੜੇ ਮੈਂ ਪਿਛਲੇ ਸਮੇਂ 'ਚ ਨਹੀਂ ਕੀਤੇ। ਮੈਨੂੰ ਫੀਲਡ ਦੇ ਵਿੱਚ ਜਾ ਕੇ ਵੀ ਕੰਮ ਕਰਨੇ ਪੈਣਗੇ, ਔਰ ਮੈਂ ਇਹਦੇ ਲਈ ਬਿਲਕੁਲ ਤਿਆਰ ਹਾਂ। ਮੈਨੂੰ ਕੋਈ ਅਹੁਦਾ ਨਹੀਂ ਚਾਹੀਦਾ, ਮੈਨੂੰ ਕੋਈ ਜਥੇਬੰਦੀ ਨਹੀਂ ਚਾਹੀਦੀ, ਪਰ ਜੋ ਕੁਝ ਵੀ ਮੈਂ ਕਰੂੰਗਾ ਫਿਰ ਮੈਂ ਵਿਅਕਤੀਗਤ ਤੌਰ ਤੇ ਕਰੂੰਗਾ, ਤੁਹਾਡੇ ਸਾਰਿਆਂ ਦੇ ਨਾਲ ਸਲਾਹ ਕਰਕੇ। ਤੁਹਾਨੂੰ ਮੈਂ ਆਪਣਾ ਪਰਿਵਾਰ ਸਮਝਦਾ, ਕਿਉਂਕਿ ਤੁਸੀਂ ਮੈਨੂੰ ਆਪਣਾ ਪਰਿਵਾਰ ਸਮਝਦੇ ਹੋ। ਅਸੀਂ ਦੀਪ ਕਰਕੇ ਸਾਰੇ ਇੱਕ ਪਰਿਵਾਰ ਆ। ਇਹ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਮੈਂ ਬਹੁਤ ਇਸ ਗੱਲ ਦਾ ਮੈਨੂੰ ਬਹੁਤ ਦੁੱਖ ਹੋਇਆ ਕਿ ਅਸੀਂ ਦੀਪ ਦੇ ਨਾਂ ਲੈ ਰਹੇ ਹਾਂ, ਦੀਪ ਦੀ ਸੋਚ ਤੇ ਪਹਿਰਾ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਜਾਂ ਪਹਿਰਾ ਦੇਣ ਦੀ ਗੱਲ ਕਰਦੇ ਹਾਂ, ਤੇ ਅਸੀਂ ਇੰਟਰਵਿਊਆਂ 'ਚ ਜਾਂ ਸਟੇਜਾਂ ਤੇ ਚੜ੍ਹ ਕੇ ਇੱਕ ਦੂਜੇ ਦੇ ਕੱਪੜੇ ਪਾੜਦੇ ਹਾਂ। ਵਾਹਿਗੁਰੂ ਸਾਨੂੰ ਸਮੱਤ ਬਖਸ਼ੇ। ਇਸ ਤੋਂ ਇਲਾਵਾ ਮੈਂ ਹੋਰ ਇੱਕ ਦੋ ਗੱਲਾਂ ਦੇਖੀਆਂ। ਬਹੁਤ ਸਾਰੇ ਦੋਸਤਾਂ ਨੇ ਵਾਰ-ਵਾਰ ਮੇਰੇ ਤੋਂ ਇਹ ਗੱਲ ਪੁੱਛਦੇ ਨੇ ਕਿ ਕਿਤਾਬ ਕਿੱਥੋਂ ਮਿਲੂਗੀ। ਮੈਂ 4-5 ਵਾਰੀ ਇਹ ਪੋਸਟ ਪਾ ਚੁੱਕਿਆ, ਆਪਦੇ ਫੇਸਬੁੱਕ ਅਕਾਊਂਟ ਤੇ ਵੀ ਪਾਈ, ਇੰਸਟਾਗ੍ਰਾਮ ਤੇ ਵੀ ਪਾਈ, ਫੇਸਬੁੱਕ ਦੇ ਪੇਜ ਤੇ ਵੀ ਪਾਈ, ਹਰ ਕਿਤੇ ਪਾਈ ਮੈਂ। ਔਰ ਵਾਰ-ਵਾਰ ਮੈਂ ਇਹ ਬੇਨਤੀ ਕੀਤੀ ਕਿ ਆਹ ਨੰਬਰ ਆ ਸਾਹਿਬਦੀਪ ਪ੍ਰਕਾਸ਼ਨ ਭਿੱਖੀ ਦਾ, ਕਰਨ ਭਿੱਖੀ ਦਾ ਇਹ ਨੰਬਰ ਆ, ਇਹਨਾਂ ਨੂੰ ਫੋਨ ਕਰਕੇ ਕਿਤਾਬ ਮੰਗਵਾ ਲਓ। ਦੁਨੀਆ 'ਚ ਤੁਸੀਂ ਕਿਤੇ ਵੀ ਬੈਠੇ ਹੋ, ਕਿਸੇ ਵੀ ਦੇਸ਼ 'ਚ ਬੈਠੇ ਹੋ, ਇਹਨਾਂ ਨੰਬਰਾਂ ਤੇ ਫੋਨ ਕਰਕੇ ਤੁਸੀਂ ਕਿਤਾਬ ਮੰਗਵਾ ਸਕਦੇ ਹੋ। ਜੇ ਤੁਹਾਡੇ ਕੋਲ ਪੈਸੇ ਹੈਗੇ ਆ ਤਾਂ ਠੀਕ ਆ, ਜੇ ਪੈਸੇ ਕਿਸੇ ਕੋਲ ਨਹੀਂ ਵੀ ਹੈਗੇ ਤਾਂ ਵੀ ਉਹ ਕਰਨ ਭਿੱਖੀ ਨੂੰ ਫੋਨ ਕਰ ਦੇਵੇ। ਅਸੀਂ ਪੈਸੇ ਕਮਾਉਣ ਖਾਤਰ ਕਿਤਾਬ ਨਹੀਂ ਛਾਪੀ। ਤੁਸੀਂ ਕਰਨ ਭਿੱਖੀ ਨੂੰ ਫੋਨ ਕਰ ਦਿਓ, ਜਿੱਥੇ ਵੀ ਤੁਸੀਂ ਹੋਵੋਗੇ ਤੁਹਾਨੂੰ ਕਿਤਾਬ ਮਿਲ ਜੂਗੀ ਬਿਨਾਂ ਪੈਸਿਆਂ ਤੋਂ ਵੀ। ਪਰ ਵਾਰ-ਵਾਰ ਉਹੀ ਸਵਾਲ ਨਾ ਕਰੋ, ਕਿਉਂਕਿ ਨਾ ਉਹ ਨਿਰਾਰਥਕ ਹੋ ਜਾਂਦੇ ਆ ਵਾਰੀ-ਵਾਰੀ ਇੰਨੇ ਸਵਾਲ ਕਰਨੇ। ਕਿਉਂਕਿ ਵਾਰ-ਵਾਰ ਮੈਂ ਤੁਹਾਨੂੰ ਇਹ ਗੱਲ ਦਾ ਜਵਾਬ ਦਿੰਦਾ ਕਿ ਵੀਰ ਜੀ, ਸਾਹਿਬਦੀਪ ਪ੍ਰਕਾਸ਼ਨ ਭਿੱਖੀ ਨੇ ਕਿਤਾਬ ਛਾਪੀ ਆ, ਕਰਨ ਭਿੱਖੀ ਦਾ ਆਹ ਨੰਬਰ ਆ, ਜਿਹੜਾ ਨੰਬਰ ਮੈਂ ਹੁਣ ਵੀ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੂੰਗਾ। ਕਰਨ ਭਿੱਖੀ ਨੂੰ ਫੋਨ ਕਰੋ। ਜਿਹੜੇ ਮਰਜ਼ੀ ਦੇਸ਼ 'ਚ ਤੁਸੀਂ ਬੈਠੇ ਹੋ, ਜਿਹੜੇ ਮਰਜ਼ੀ ਸ਼ਹਿਰ 'ਚ ਬੈਠੇ ਹੋ, ਜਿੱਥੇ ਵੀ ਤੁਸੀਂ ਬੈਠੇ ਹੋ, ਤੁਸੀਂ ਅਗਰ ਦੀਪ ਨੂੰ ਪਿਆਰ ਕਰਦੇ ਹੋ ਔਰ ਜੋਰਾ 10 ਨੰਬਰੀਆ ਦੀ ਜਿਹੜੀ ਫਿਲਮ ਦੀ ਸਕ੍ਰਿਪਟ ਆ ਅਗਰ ਤੁਸੀਂ ਪੜ੍ਹਨਾ ਚਾਹੁੰਦੇ ਹੋ, ਜਿਹੜੀ ਦਾਸ ਨੇ ਲਿਖੀ ਹੈ, ਤਾਂ ਤੁਹਾਨੂੰ ਕਿਤਾਬ ਪਹੁੰਚ ਜੂਗੀ, ਹੈ ਨਾ। ਹੁਣ ਆਪਾਂ ਇਦੋਂ ਅੱਗੇ ਤੁਰੀਏ। ਇਸ ਤੋਂ ਅੱਗੇ ਇਹ ਵੀ ਆ, ਕਿਉਂਕਿ ਅਸੀਂ ਜੋਰਾ ਦਾ 2nd ਚੈਪਟਰ ਦੀ ਸਕ੍ਰਿਪਟ ਵੀ ਛਾਪਣੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ। 2 ਮਹੀਨਿਆਂ ਤੱਕ ਉਹਨੂੰ ਵੀ ਛਾਪਾਂਗੇ। ਪਹਿਲਾਂ ਇਹ ਕਿਤਾਬ ਸਾਰਿਆਂ ਤੱਕ ਪਹੁੰਚ ਜੇ। ਪਰ ਇਹ ਕਿਤਾਬਾਂ, ਫਿਰ ਮੈਂ ਉਹੀ ਗੱਲ ਕਰਦਾ ਕਿ ਪੈਸੇ ਕਮਾਉਣ ਲਈ ਨਹੀਂ ਛਾਪਣੀਆਂ। ਦੀਪ ਨੇ ਕੁਝ ਗੱਲਾਂ ਸੀ ਜਿਹੜੀਆਂ ਫਿਲਮਾਂ 'ਚ ਕੀਤੀਆਂ, ਉਹ ਗੱਲਾਂ ਵੀ ਕੋਈ ਨਿਰਾਰਥਕ ਜਾਂ ਫਿਲਮੀ ਗੱਲਾਂ ਨਹੀਂ ਸੀ। ਉਹ ਗੱਲਾਂ ਵੀ ਬਹੁਤ ਜ਼ਰੂਰੀ ਸੀ। ਉਹ ਡਾਇਲੌਗ ਜੋ ਉਹਨੇ ਬੋਲੇ, ਜੋ ਦਾਸ ਨੇ ਲਿਖੇ ਸੀ, ਉਹ ਵੀ ਲੋਕਾਂ ਤੱਕ ਪਹੁੰਚਣੇ ਚਾਹੀਦੇ। ਸਾਡੀ ਸੰਗਤ ਨੂੰ ਦੀ ਸੋਚ ਆ ਇਹ, ਉਹਨੂੰ ਇਹ ਆਦਤ ਆ, ਉਹ ਜਦੋਂ ਵੀ ਗੱਲ ਕਰਨਗੇ ਕਿ ਬਹੁਤ ਸਾਰੇ ਸੰਗਤ ਆ ਜਿਹੜੀ ਸਾਡੀ ਬੀਬੀਆਂ ਭੈਣਾਂ ਆਖਣਗੇ, ਵੀਰ ਜੀ ਸਾਨੂੰ ਫਿਲਮਾਂ ਦੇਖਣ ਦਾ ਤਾਂ ਕੋਈ ਸ਼ੌਂਕ ਨਹੀਂ, ਫਿਲਮ ਤਾਂ ਅਸੀਂ ਦੇਖਦੇ ਨਹੀਂ, ਫਿਲਮ ਤਾਂ ਅਸੀਂ ਦੇਖੀ ਨਹੀਂ। ਕੋਈ ਗੱਲ ਨਹੀਂ, ਨਹੀਂ ਹੁੰਦਾ ਸ਼ੌਂਕ ਕਿਸੇ ਨੂੰ, ਜਾਂ ਸਾਡੀਆਂ ਫਿਲਮਾਂ ਵੀ ਇਹੋ ਜਿਹੀਆਂ ਹੀ ਹੁੰਦੀਆਂ ਨੇ ਜਿਹੜੀਆਂ ਸਿਆਣੇ ਜਾਂ ਪਰਿਵਾਰਕ ਲੋਕ ਆ ਜਿਹੜੇ ਉਹ ਨਹੀਂ ਦੇਖਣੀਆਂ ਚਾਹੁੰਦੇ। ਪਰ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਜਦੋਂ ਤੁਸੀਂ ਇਹ ਗੱਲ ਕਰਦੇ ਹੋ ਕਿ ਦੀਪ ਜਿਹੜਾ ਹੈਗਾ ਉਹ ਆਮ ਬੰਦਾ ਨਹੀਂ ਸੀ, ਉਹ ਬਹੁਤ ਸਿਆਣਾ ਸੀ, ਉਹ ਇੱਕ ਯੋਧਾ ਬਣਿਆ
ਉਹ ਕਿਸਾਨ ਅੰਦੋਲਨ 'ਚੋਂ ਬਿਲਕੁਲ ਬਦਲਿਆ, ਔਰ ਉਦੋਂ ਬਾਅਦ ਉਹ ਆਪਦੇ ਆਖਰੀ ਦਿਨਾਂ 'ਚ ਜੋ ਕੁਛ ਉਹਨੇ ਪੰਥ ਲਈ ਕੀਤਾ, ਜੋ ਨੌਜਵਾਨੀ ਨੂੰ ਜਗਾਇਆ, ਇਹ ਬਹੁਤ ਵੱਡੀ ਗੱਲ ਹੈ। ਤਾਂ ਘੱਟੋ ਘੱਟ ਇੰਨੀ ਗੱਲ ਹੀ ਸੋਚ ਲਓ ਕਿ ਜੇ ਦੀਪ ਨੇ ਜਿਹੜੀਆਂ ਫਿਲਮਾਂ ਕੀਤੀਆਂ ਉਹ ਵੀ ਆਮ ਫਿਲਮਾਂ ਨਹੀਂ ਹੋਣਗੀਆਂ, ਉਹਨਾਂ 'ਚ ਮਾੜੀ ਮੋਟੀ ਤਾਂ ਕੋਈ ਗੱਲ ਹੋਊਗੀ ਨਾ, ਜੇ ਦੀਪ ਨੇ ਉਹ ਫਿਲਮਾਂ ਚੁਣੀਆਂ। ਇਸ ਕਰਕੇ ਉਹਨਾਂ ਫਿਲਮਾਂ 'ਚ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਨੇ ਜਿਹੜੀਆਂ ਜਦੋਂ ਤੁਸੀਂ ਦੇਖੋਗੇ ਜਾਂ ਪੜ੍ਹੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਦੀਪ ਇੱਕ ਐਕਟਰ ਦੇ ਤੌਰ ਤੇ ਵੀ ਆਮ ਫਿਲਮਾਂ ਕਰਨ ਵਾਲਾ ਐਕਟਰ ਨਹੀਂ ਸੀ। ਉਹ ਚੁਟਕਲਿਆਂ ਵਾਲੀਆਂ ਫਿਲਮਾਂ, ਉਹ ਕਮੇਡੀ ਵਾਲੀਆਂ ਫਿਲਮਾਂ, ਜਾਂ ਜਿਹਦੇ 'ਚ ਕੋਈ ਗੱਲ ਨਾ ਹੋਵੇ, ਜਿਹਦੇ 'ਚ ਕੋਈ ਨੌਜਵਾਨੀ ਨੂੰ ਸੁਨੇਹਾ ਨਾ ਹੋਵੇ, ਉਹਨੇ ਇਹੋ ਜਿਹੀਆਂ ਫਿਲਮਾਂ ਨਹੀਂ ਕੀਤੀਆਂ। ਉਹਦੇ 'ਚ ਚਾਹੇ ਦਾਸ ਦੀਆਂ ਫਿਲਮਾਂ ਨੇ, ਜੋਰਾ 10 ਨੰਬਰੀਆ, ਜੋਰਾ ਦਾ ਸੈਕੰਡ ਚੈਪਟਰ, ਚਾਹੇ ਰੰਗ ਪੰਜਾਬ ਫਿਲਮਾਂ, ਚਾਹੇ ਜਿਹੜੀ ਹੁਣ ਫਿਲਮ ਰਿਲੀਜ਼ ਹੋ ਰਹੀ ਆ 29 ਅਪ੍ਰੈਲ ਨੂੰ ਸਾਡੇ ਵਾਲੇ, ਇਹਨਾਂ ਫਿਲਮਾਂ ਦੇ ਰਾਹੀਂ ਵੀ ਤੁਹਾਨੂੰ ਪਤਾ ਲੱਗੂਗਾ ਕਿ ਦੀਪ ਸਿੱਧੂ ਕਿਹੋ ਜਿਹਾ ਕਰੈਕਟਰ ਸੀ। ਇਹਨਾਂ ਨੂੰ ਸਿਰਫ ਫਿਲਮੀ ਫਿਲਮਾਂ ਨਾ ਸਮਝੋ, ਇਹ ਮੇਰੀ ਤੁਹਾਨੂੰ ਬੇਨਤੀ ਆ। ਇਹਨਾਂ ਫਿਲਮਾਂ ਨੂੰ ਜ਼ਰੂਰ ਦੇਖੋ, ਤੁਹਾਨੂੰ ਪਤਾ ਲੱਗੂਗਾ ਕਿ ਦੀਪ ਦੀ ਜਿਹੜੀ ਜਰਨੀ ਆ, ਉਹਦੀ ਜੀਵਨ ਦੀ ਯਾਤਰਾ, ਉਹਦੇ 'ਚ ਇਹਨਾਂ ਫਿਲਮਾਂ ਦਾ ਕੀ ਯੋਗਦਾਨ ਹੈ। ਔਰ ਫਿਲਮਾਂ ਕੋਈ ਨਿਰਾਰਥਕ ਗੱਲ ਨਹੀਂ ਹੁੰਦੀ। ਫਿਲਮਾਂ ਆਪਣੀ ਸੋਚ ਦੀ, ਆਪਣੀ ਗੱਲ ਕਹਿਣ ਦਾ ਬਹੁਤ ਸ਼ਕਤੀਸ਼ਾਲੀ ਮਾਧਿਅਮ ਨੇ। ਉਹਦੇ 'ਚ ਅਸੀਂ ਬਹੁਤ ਵੱਡੀਆਂ ਗੱਲਾਂ ਕਰ ਸਕਦੇ ਹਾਂ, ਇਤਿਹਾਸਕ ਗੱਲਾਂ ਕਰ ਸਕਦੇ ਹਾਂ, ਰਾਜਨੀਤਿਕ ਗੱਲਾਂ ਕਰ ਸਕਦੇ ਹਾਂ, ਕੋਈ ਸਿੱਖਿਆ ਦੇ ਸਕਦੇ ਹਾਂ, ਸਰਕਾਰ ਦੇ ਖਿਲਾਫ ਕੋਈ ਗੱਲ, ਸਿਸਟਮ ਦੇ ਖਿਲਾਫ ਕੋਈ, ਸਿਸਟਮ ਦੀਆਂ ਨਾਕਾਮੀਆਂ ਤੇ ਉਂਗਲ ਧਰ ਸਕਦੇ ਹਾਂ, ਸਿਸਟਮ ਦੇ ਖਿਲਾਫ ਗੱਲ ਕਰ ਸਕਦੇ ਹਾਂ। ਬਹੁਤ ਕੁਝ ਹੋ ਸਕਦਾ ਫਿਲਮਾਂ ਦੇ ਵਿੱਚ। ਫਿਲਮਾਂ ਨੂੰ ਇਸ ਤਰ੍ਹਾਂ ਨਫ਼ਰਤ ਦੀ ਨਿਗਾਹ ਨਾਲ ਨਾ ਦੇਖਿਆ ਕਰੋ ਕਿ ਫਿਲਮ ਦੇਖਣਾ ਤਾਂ ਕੋਈ ਬਹੁਤ ਮਾੜੀ ਗੱਲ ਆ। ਇਹ ਵੀ ਮੇਰੀ ਇੱਕ ਬੇਨਤੀ ਹੈ ਤੁਹਾਨੂੰ। ਦੀਪ ਦੀਆਂ ਫਿਲਮਾਂ ਨੂੰ ਜ਼ਰੂਰ ਦੇਖਿਓ। 29 ਅਪ੍ਰੈਲ ਨੂੰ ਦੀਪ ਦੀ ਆਖਰੀ ਜਿਹੜੀ ਫਿਲਮ ਆ ਸਾਡੇ ਵਾਲੇ, ਉਹ ਰਿਲੀਜ਼ ਹੋ ਰਹੀ ਹੈ। ਜਤਿੰਦਰ ਮੋਹਰ ਨੇ ਉਹ ਡਾਇਰੈਕਟ ਕੀਤੀ ਹੈ। ਇਹ ਫਿਲਮ 4 ਸਾਲ ਪਹਿਲਾਂ ਬਣ ਕੇ ਤਿਆਰ ਹੋ ਗਈ ਸੀ, ਪਰ ਕੁਝ ਕਾਰਨਾਂ ਕਰਕੇ ਰਿਲੀਜ਼ ਨਹੀਂ ਹੋ ਪਾਈ, ਤੇ ਜਦੋਂ ਮੁੜ ਕੇ ਰਿਲੀਜ਼ ਲਈ ਤਿਆਰ ਹੋਈ ਤਾਂ 2-3 ਸਾਲ ਸੀ ਜਿਹੜੇ ਉਹ ਲੋਕਡਾਊਨ ਤੇ ਕਰੋਨਾ ਕਰਕੇ ਨਿਕਲ ਗਏ। ਪਰਮਾਤਮਾ ਨੂੰ ਇਹੀ ਮਨਜ਼ੂਰ ਸੀ ਕਿ ਇਹ ਫਿਲਮ ਦੀਪ ਦੇ ਸਰੀਰਕ ਰੂਪ 'ਚ ਦੁਨੀਆ ਤੋਂ ਜਾਣ ਤੋਂ ਬਾਅਦ ਰਿਲੀਜ਼ ਹੋਵੇਗੀ। ਇਸ ਕਰਕੇ ਹੁਣ ਹੋ ਰਹੀ ਹੈ। ਸਾਗਾ ਮਿਊਜ਼ਿਕ ਕੰਪਨੀ ਆ ਬਹੁਤ ਵੱਡੀ, ਉਹ ਇਹ ਫਿਲਮ ਰਿਲੀਜ਼ ਕਰ ਰਹੇ ਨੇ। ਇਸ ਤੋਂ ਇਲਾਵਾ ਜੋਰਾ ਦਾ ਸੈਕੰਡ ਚੈਪਟਰ ਵੀ OTT ਤੇ ਸਾਗਾ ਮਿਊਜ਼ਿਕ ਕੰਪਨੀ ਹੀ ਰਿਲੀਜ਼ ਕਰੇਗੀ। ਰੰਗ ਪੰਜਾਬ ਵੀ OTT ਤੇ ਸਾਗਾ ਮਿਊਜ਼ਿਕ ਕੰਪਨੀ ਹੀ ਰਿਲੀਜ਼ ਕਰੇਗੀ। ਇਸ ਕਰਕੇ ਜਿਹੜੇ ਵੀਰ, ਬੱਚੇ, ਭੈਣ ਭਰਾ ਮੈਨੂੰ ਮੈਸੇਜ ਕਰਦੇ ਆ ਜਾਂ ਫੋਨ ਕਰਦੇ ਆ ਕਿ ਰੰਗ ਪੰਜਾਬ ਅਸੀਂ ਕਿਵੇਂ ਦੇਖ ਸਕਦੇ ਹਾਂ, ਜਾਂ ਜੋਰਾ ਦਾ ਸੈਕੰਡ ਚੈਪਟਰ ਅਸੀਂ ਕਿਵੇਂ ਦੇਖ ਸਕਦੇ ਹਾਂ, ਉਹਨਾਂ ਨੂੰ ਮੈਂ ਇਹ ਬੇਨਤੀ ਕਰਦਾ ਕਿ ਨੌਜਵਾਨਾਂ ਨੂੰ ਖਾਸ ਕਰਕੇ, ਕਿਉਂਕਿ ਉਹਨਾਂ ਨੂੰ ਨੈੱਟ ਵਰਤਣਾ ਆਉਂਦਾ, ਸੋਸ਼ਲ ਮੀਡੀਆ ਵਰਤਣਾ ਆਉਂਦਾ, ਉਹ ਸਾਗਾ ਮਿਊਜ਼ਿਕ ਕੰਪਨੀ ਨੂੰ ਮੈਸੇਜ ਕਰੋ ਤਾਂ ਕਿ ਉਹਨਾਂ ਨੂੰ ਇਹ ਵੱਧ ਤੋਂ ਵੱਧ ਪਤਾ ਲੱਗ ਸਕੇ ਕਿ ਦੀਪ ਨੂੰ ਲੋਕ ਕਿੰਨਾ ਪਿਆਰ ਕਰਦੇ ਨੇ ਔਰ ਉਹ ਫਿਲਮਾਂ ਦੇਖਣੀਆਂ ਚਾਹੁੰਦੇ ਨੇ। ਕਰਨਾਲ ਹਰਿਆਣੇ ਦੇ ਵਿੱਚ ਸਾਗਾ ਦਾ ਜਿਹੜਾ ਹੈ ਆਫਿਸ ਆ। ਹੁਣ ਮੈਨੂੰ ਇਹ ਵੀ ਬਹੁਤ ਸਾਰੇ ਦੋਸਤਾਂ ਨੇ ਕਿਹਾ ਕਿ ਦੀਪ ਦੀ ਜੇ ਕੋਈ ਅਧੂਰੀ ਫਿਲਮ ਆ ਤਾਂ ਉਹਨੂੰ ਕਿਸੇ ਹੋਰ ਨੂੰ ਲੈ ਕੇ ਆਪਾਂ ਪੂਰਾ ਕਰ ਲਈਏ। ਤਾਂ ਮੈਂ ਇੱਕੋ ਹੀ ਗੱਲ ਕਹਿਣਾ ਹੁੰਦਾ, ਇਹ ਗੱਲ ਵੀ ਮੈਂ ਵਾਰ-ਵਾਰ ਬੇਨਤੀ ਕਰ ਚੁੱਕਿਆ ਕਿ ਦੀਪ ਦੀ ਕੋਈ ਵੀ ਫਿਲਮ ਅਧੂਰੀ ਨਹੀਂ ਹੈ। ਇੱਕ ਹੀ ਫਿਲਮ ਪੂਰੀ ਆ ਸਾਡੇ ਵਾਲੇ, ਉਹ 29 ਅਪ੍ਰੈਲ ਨੂੰ ਰਿਲੀਜ਼ ਹੋਊਗੀ। ਜੋਰਾ ਰੀਲੋਡਡ ਅਸੀਂ ਸ਼ੂਟਿੰਗ ਸ਼ੁਰੂ ਹੀ ਨਹੀਂ ਸੀ ਕੀਤੀ, ਇਸ ਕਰਕੇ ਉਹਨੂੰ ਅਸੀਂ ਇਹੀ ਕਹਾਂਗੇ ਕਿ ਉਹ ਤਾਂ ਬਣਨੋਂ ਹੀ ਨਹੀਂ ਸੀ ਸ਼ੁਰੂ ਹੋਈ। ਉਹ ਤਾਂ ਅਸੀਂ 10 ਮਾਰਚ ਨੂੰ ਜਾਂ 15 ਮਾਰਚ ਨੂੰ ਸ਼ੁਰੂ ਕਰਨੀ ਸੀ ਸ਼ੂਟਿੰਗ, ਤੇ 15 ਫਰਵਰੀ ਨੂੰ ਦੀਪ ਸਾਡੇ ਕੋਲੋਂ ਚਲਾ ਗਿਆ। ਇਸ ਕਰਕੇ ਜੋਰਾ 2 ਹੀ ਫਿਲਮਾਂ ਨੇ ਜਿਹੜੀਆਂ ਜਿਹਦੇ 'ਚੋਂ ਇੱਕ ਦੀ ਸਕ੍ਰਿਪਟ ਆ ਗਈ ਔਰ ਫਿਲਮ ਵੀ ਉਹ ਸਾਰੇ ਕਿਤੇ ਤੁਸੀਂ ਦੇਖ ਸਕਦੇ ਹੋ, YouTube ਤੇ ਵੀ ਆ, Amazon ਤੇ ਵੀ ਆ। ਦੂਜੀ ਫਿਲਮ ਆ ਜਿਹੜੀ ਜੋਰਾ ਦਾ ਸੈਕੰਡ ਚੈਪਟਰ,
ਉਹ ਜਲਦੀ ਕਿਸੇ ਨਾ ਕਿਸੇ OTT ਪਲੇਟਫਾਰਮ ਤੇ ਆ ਜਾਊਗੀ, Amazon ਤੇ ਜਾਂ Netflix ਤੇ ਉਹਦੀ ਸਕ੍ਰਿਪਟ ਵੀ ਅਸੀਂ ਕਿਤਾਬ ਦੇ ਰੂਪ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਛਾਪਾਂਗੇ। ਇਸ ਤੋਂ ਅਗਲੀ ਜਿਹੜੀ ਗੱਲ ਆ ਉਹ ਇਹ ਹੈ ਕਿ ਬਹੁਤ ਸਾਰੇ ਦੋਸਤ ਇਹ ਕਹਿੰਦੇ ਨੇ, ਬਹੁਤ ਸਾਰੇ ਬੀਬੀਆਂ ਭੈਣਾਂ ਵੀ ਇਹ ਕਹਿੰਦੀਆਂ ਨੇ, ਜਾਂ ਨੌਜਵਾਨ ਸਾਥੀ ਖਾਸ ਕਰਕੇ ਕਹਿੰਦੇ ਨੇ ਕਿ ਦੀਪ ਤੇ ਕੋਈ ਫਿਲਮ ਬਣਾਓ। ਤਾਂ ਦੀਪ ਤੇ ਫਿਲਮ ਜ਼ਰੂਰ ਬਣਾਵਾਂਗੇ, ਦੀਪ ਤੇ ਕਿਤਾਬਾਂ ਵੀ ਲਿਖੀਆਂ ਜਾਣਗੀਆਂ, ਕੁਝ ਲੋਕ ਲਿਖ ਵੀ ਰਹੇ ਨੇ, ਦਾਸ ਵੀ ਲਿਖ ਰਿਹਾ ਦੀਪ ਤੇ ਕਿਤਾਬ, ਦਾਸ ਦੀਪ ਤੇ ਫਿਲਮ ਬਣਾਉਣ ਦੀ ਵੀ ਕੋਸ਼ਿਸ਼ ਕਰੂਗਾ। ਪਰ ਜਿਹੜੀ ਦੀਪ ਤੇ ਫਿਲਮ ਆ ਉਹ ਦੀਪ ਦੇ ਪਰਿਵਾਰ ਦੀ ਸਹਿਮਤੀ ਨਾਲ ਹੀ ਬਣ ਸਕਦੀ ਹੈ। ਐਡਵੋਕੇਟ ਮਨਦੀਪ ਸਿੰਘ ਸਿੱਧੂ ਜਿਹੜੇ ਦੀਪ ਦੇ ਬ੍ਰਦਰ ਨੇ, ਔਰ ਦੀਪ ਸਿੱਧੂ ਮੈਮੋਰੀਅਲ ਟਰਸਟ ਔਰ ਦੀਪ ਦਾ ਜਿਹੜਾ ਪਰਿਵਾਰ ਆ ਉਹਦੇ ਸਹਿਮਤੀ ਤੋਂ ਬਿਨਾਂ ਕੋਈ ਦੀਪ ਤੇ ਫਿਲਮ ਨਹੀਂ ਬਣਾ ਸਕਦਾ, ਕੋਈ ਫਿਲਮ ਨਹੀਂ ਬਣ ਸਕਦੀ। ਉਹਦੀ ਸਹਿਮਤੀ ਹੋਊਗੀ ਤਾਂ ਦੀਪ ਤੇ ਫਿਲਮ ਬਣੂਗੀ। ਉਹ ਚਾਹੇ ਮੈਂ ਬਣਾਵਾਂ ਚਾਹੇ ਕੋਈ ਹੋਰ ਬਣਾਵੇ, ਉਹ ਪਰਿਵਾਰ ਦੀ ਸਹਿਮਤੀ ਨਾਲ ਹੀ ਬਣੂਗੀ। ਇਸ ਕਰਕੇ ਕੋਈ ਬੰਦਾ ਜਾਂ ਕੋਈ ਸੰਸਥਾ ਤੁਹਾਨੂੰ ਇਹ ਗੱਲ ਕਹਿੰਦੀ ਹੈ ਕਿ ਅਸੀਂ ਦੀਪ ਤੇ ਫਿਲਮ ਬਣਾ ਰਹੇ ਹਾਂ ਤੇ ਸਾਨੂੰ ਪੈਸੇ ਦਿਓ ਜਾਂ ਸਾਡਾ ਸਹਿਯੋਗ ਦਿਓ, ਤਾਂ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਕਿਸੇ ਨੂੰ ਪੈਸੇ ਨਹੀਂ ਦੇਣੇ। ਇਸ ਤਰ੍ਹਾਂ ਕੋਈ ਫਿਲਮ ਨਹੀਂ ਦੀਪ ਤੇ ਬਣੂਗੀ। ਜੇ ਮੈਂ ਵੀ ਬਣਾਵਾਂਗਾ ਤਾਂ ਵੀ ਪਰਿਵਾਰ ਦੀ ਸਹਿਮਤੀ ਹੋਊਗੀ, ਹੈ ਨਾ। ਮੈਂ ਇਹ ਕਹਾਂ ਕਿ ਮੈਂ ਤਾਂ ਦੀਪ ਦੇ ਬੜਾ ਨੇੜੇ ਸੀ, ਜਾਂ ਤੁਸੀਂ ਆਖੋ ਕਿ ਮੈਂ ਤਾਂ ਦੀਪ ਦੇ ਬਹੁਤ ਨੇੜੇ ਹਾਂ ਤੇ ਮੈਂ ਤਾਂ ਜਦੋਂ ਮਰਜ਼ੀ ਫਿਲਮ ਬਣਾ ਸਕਦਾ, ਮੈਂ ਵੀ ਦੀਪ ਤੇ ਇੱਦਾਂ ਫਿਲਮ ਨਹੀਂ ਬਣਾ ਸਕਦਾ। ਦੀਪ ਦੇ ਨਾਂ ਤੇ ਕੋਈ ਵੀ ਤੁਹਾਡੇ ਤੋਂ ਪੈਸੇ ਮੰਗਦਾ, ਕੋਈ NGO ਦੇ ਖੋਲ ਕੇ ਜਾਂ ਕੋਈ ਕਿਸੇ ਕਿਸਮ ਦਾ ਵੀ ਗੱਲ ਕਰਦਾ ਕਿ ਦੀਪ ਦੇ ਨਾਂ ਤੇ ਪੈਸੇ ਦਿਓ ਸਾਨੂੰ, ਤਾਂ ਮੇਰੀ ਸਨੇਮਰ ਬੇਨਤੀ ਹੈ ਕਿ ਇਸ ਤਰ੍ਹਾਂ ਨਾ ਕਰਿਓ। ਦੀਪ ਦੇ ਨਾਂ ਤੇ ਕਿਸੇ ਨੂੰ ਵੀ ਪੈਸੇ ਨਹੀਂ ਦੇਣੇ। ਜੋ ਵੀ ਸੰਸਥਾਵਾਂ, ਜੋ ਵੀ ਟਰਸਟ ਰਜਿਸਟਰਡ ਹੋਣਗੇ, ਆਫੀਸ਼ੀਅਲ ਹੋਣਗੇ, ਉਹਨਾਂ ਨੂੰ ਜਦੋਂ ਵੀ ਕੋਈ ਆਰਥਿਕ ਮਦਦ ਦੀ ਜ਼ਰੂਰਤ ਹੋਊਗੀ ਤਾਂ ਉਹ ਜਿਹੜੀ ਤੁਹਾਨੂੰ ਅਗਰ ਹੋਊਗੀ ਜ਼ਰੂਰਤ, ਔਰ ਤੁਹਾਨੂੰ ਉਹ ਜੇ ਕੋਈ ਮੰਗ ਵੀ ਰੱਖਣਗੇ ਸੰਗਤ ਅੱਗੇ, ਤਾਂ ਬਹੁਤ ਆਫੀਸ਼ੀਅਲੀ ਰੱਖੀ ਜਾਊਗੀ। ਇਸ ਕਰਕੇ ਇਸ ਕਿਸਮ ਦੇ ਲੋਕਾਂ ਤੋਂ ਬਚੋ। ਬਾਕੀ ਗੱਲ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਦੀਪ ਸਿੱਧੂ ਮੈਮੋਰੀਅਲ ਟਰਸਟ ਦੇ ਨਾਂ ਹੇਠ ਬਹੁਤ ਸਾਰੇ ਪ੍ਰੋਗਰਾਮ ਕੀਤੇ ਜਾਣਗੇ, ਕਿਉਂਕਿ ਹੁਣ ਆ ਜਿਹੜਾ ਟਾਈਮ ਆ ਉਹ ਮਹੀਨਾ ਡੇਢ ਮਹੀਨਾ ਜਿਹੜਾ ਹੈਗਾ ਉਹ ਕਣਕ ਦੀ ਵਾਢੀ ਚੱਲ ਪਊਗੀ। ਇਸ ਕਰਕੇ ਸਾਰੇ ਸਾਡੇ ਕਿਸਾਨ ਔਰ ਸਾਡੇ ਜਿਹੜੇ ਵੀ ਭਰਾ ਨੇ ਉਹ ਬਿਜ਼ੀ ਹੋ ਜਾਂਦੇ ਆ ਕਣਕ ਦੀ ਵਾਢੀ ਦੇ ਵਿੱਚ। ਉਹ ਜਦੋਂ ਉੱਥੋਂ ਵਿਹਲੇ ਹੋਣਗੇ ਤਾਂ ਬਹੁਤ ਸਾਰੇ ਹੋਰ ਪ੍ਰੋਗਰਾਮ ਆ ਜਿਹੜੇ ਉਹ ਦੀਪ ਬਾਰੇ, ਕੋਈ ਸੈਮੀਨਾਰ ਜਾਂ ਕੋਈ ਗੁਰਮਤਿ ਸਮਾਗਮ ਜਿਹੜੇ ਆ ਉਹ ਕੀਤੇ ਜਾਣਗੇ ਮਈ ਜੂਨ ਦੇ ਵਿੱਚ, ਜੁਲਾਈ ਦੇ ਵਿੱਚ। ਇਹ ਗੱਲ ਦਾ ਵੀ ਤੁਸੀਂ ਧਿਆਨ ਰੱਖਣਾ ਹੈਗਾ। ਬਾਕੀ ਮੈਂ ਠੀਕ ਹੈ, ਤੁਸੀਂ ਮੇਰੇ ਤੋਂ ਹਾਲ ਪੁੱਛਦੇ ਹੋ ਜਾਂ ਮੈਨੂੰ ਮੈਸੇਜ ਕਰਦੇ ਹੋ, ਬੜੇ ਲੰਮੇ ਲੰਮੇ ਕੁਝ ਭੈਣਾਂ ਦੇ ਮੈਸੇਜ ਆਏ, ਕੁਝ ਭਰਾਵਾਂ ਦੇ ਮੈਸੇਜ ਆਏ, ਮੇਰੇ ਨਾਲ ਗੱਲ ਕਰਨੀ ਚਾਹੁੰਦੇ ਆ। ਗੱਲ ਤਾਂ ਮੈਂ ਸਾਰਿਆਂ ਨਾਲ ਹੀ ਕਰ ਲੈਣਾ ਹੁੰਦਾ ਜਦੋਂ ਮੈਨੂੰ ਟਾਈਮ ਹੁੰਦਾ, ਤੇ ਮੇਰਾ ਹਾਲ ਪੁੱਛਦੇ ਹੋ ਤੁਸੀਂ, ਤੇ ਮੈਂ ਠੀਕ ਹੈ। ਇਹ ਹਾਲ ਤਾਂ ਆਈ ਰਹਿਣਗੇ। ਵੱਡੀ ਗੱਲ ਇਹ ਹੈ ਕਿ ਪਰਮਾਤਮਾ ਸਾਡੇ ਤੇ ਮਿਹਰ ਕਰੇ, ਗੁਰੂ ਸਾਹਿਬ ਦਾ ਹੱਥ ਆ ਜਿਹੜਾ ਉਹ ਸਿਰ ਤੇ ਰਹੇ, ਤੇ ਅਸੀਂ ਵੱਧ ਤੋਂ ਵੱਧ ਕੰਮ ਕਰ ਸਕੀਏ ਦੀਪ ਦੀ ਸੋਚ ਨੂੰ ਅੱਗੇ ਲਿਜਾਣ ਲਈ। ਤੇ ਪੂਰੀ ਦੁਨੀਆ ਦੇ ਵਿੱਚ ਜਿੱਥੇ ਵੀ ਤੁਸੀਂ ਬੈਠੇ ਹੋ, ਤੁਹਾਡਾ ਪਿਆਰ, ਤੁਹਾਡਾ ਸਤਿਕਾਰ ਬਹੁਤ ਆ ਮੇਰੇ ਮਨ 'ਚ। ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਸਾਰਿਆਂ ਨੂੰ। ਅਸੀਂ
ਕਿੰਨਾ ਵੀ ਸਮਾਂ ਬੀਤ ਜੇ, ਸਾਨੂੰ ਇਹ ਗੱਲ ਸਭ ਨੂੰ ਪਤਾ, ਇੱਕ ਦੂਜੇ ਬਾਰੇ ਵੀ ਪਤਾ ਕਿ ਅਸੀਂ ਦੀਪ ਨੂੰ ਭੁੱਲ ਨਹੀਂ ਸਕਦੇ, ਔਰ ਸਾਨੂੰ ਭੁੱਲਣਾ ਚਾਹੀਦਾ ਵੀ ਨਹੀਂ, ਕਿਉਂਕਿ ਦੀਪ ਨੂੰ ਯਾਦ ਰੱਖਣਾ ਹੀ ਦੀਪ ਨੂੰ ਜਿਉਂਦੇ ਰੱਖਣਾ ਹੈ। ਦੀਪ ਦੀਆਂ ਫੋਟੋਆਂ, ਦੀਪ ਦੇ ਸਟੀਕਰ, ਦੀਪ ਦੀ ਯਾਦ ਦੇ ਵਿੱਚ ਜਿਹੜੇ ਆ ਉਹਨੂੰ ਸਮਰਪਿਤ ਗਾਣੇ, ਦੀਪ ਤੇ ਆਉਣ ਵਾਲੇ ਸਮੇਂ 'ਚ ਲਿਖੀਆਂ ਜਾਣ ਵਾਲੀਆਂ ਕਿਤਾਬਾਂ, ਜਾਂ ਹੋਰ ਜੋ ਵੀ ਕੁਝ, ਜਦੋਂ ਕੋਈ ਫਿਲਮ ਬਣਾਊਗਾ ਉਹ ਸਾਰਾ ਕੁਛ ਹੈ ਜਿਹੜਾ ਉਸ ਪਿਆਰ 'ਚੋਂ ਹੀ ਨਿਕਲਣਾ, ਉਸ ਸਤਿਕਾਰ 'ਚੋਂ ਹੀ ਨਿਕਲਣਾ, ਉਸ ਡੈਡੀਕੇਸ਼ਨ 'ਚੋਂ ਹੀ ਨਿਕਲਣਾ ਜਿਹੜਾ ਅਸੀਂ ਦੀਪ ਦੇ ਪ੍ਰਤੀ ਰੱਖਦੇ ਹਾਂ। ਪਿਛਲੀ ਵਾਰ ਵੀ ਮੈਂ ਇਹ ਗੱਲ ਕੀਤੀ ਸੀ ਕਿ ਇਸ ਸਾਰੀ ਪੋਜ਼ਿਟਿਵਿਟੀ ਦੇ ਵਿੱਚ, ਇਸ ਸਾਰੀ ਸਕਾਰਾਤਮਕਤਾ ਦੇ ਵਿੱਚ ਕੁਛ ਕਿਤੇ ਕੁਛ ਨਕਾਰਾਤਮਕ ਵੀ ਹੋ ਜਾਂਦਾ, ਨੈਗੇਟਿਵ ਵੀ ਹੋ ਜਾਂਦਾ। ਕੁਛ ਲੋਕ ਹਾਲੇ ਵੀ ਦੀਪ ਦੀ ਕਿਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕਰਦੇ ਆ, ਜਾਂ ਪਰਿਵਾਰ ਬਾਰੇ ਜਾਂ ਹੋਰ ਬਹੁਤ ਸਾਰੀਆਂ ਗਲਤ ਗੱਲਾਂ ਕਰਦੇ ਨੇ। ਕੋਈ ਗੱਲ ਨਹੀਂ, ਉਹ ਵੀ ਸਾਡੇ ਭਰਾ ਹੀ ਨੇ, ਕੋਈ ਗੱਲ ਨਹੀਂ, ਉਹ ਹੌਲੀ ਹੌਲੀ ਉਹਨਾਂ ਨੂੰ ਵੀ ਸਮਝ ਆ ਜੂਗੀ, ਉਹ ਵੀ ਮੰਨ ਜਾਣਗੇ ਦੀਪ ਦੇ ਕਿਰਦਾਰ ਔਰ ਉਹਦੀ ਸ਼ਖਸੀਅਤ ਦੀ ਬੁਲੰਦੀ ਨੂੰ। ਉਹਨਾਂ ਦਾ ਵੀ ਕੋਈ, ਮੈਂ ਹੁਣ ਇਸ ਗੱਲ ਨੂੰ ਮੈਂ ਮਨ 'ਤੇ ਨਹੀਂ ਲੈਂਦਾ, ਕਿਉਂਕਿ ਮੈਂ ਇਹ ਸੋਚਦਾ ਹੁੰਦਾ ਕਿ ਪਰਮਾਤਮਾ ਹੀ ਸਭ ਕੁਝ ਕਰਾਉਂਦਾ। ਜੇ ਕੁਝ ਚੰਗਾ ਵਾਪਰ ਰਿਹਾ ਉਹ ਵੀ ਪਰਮਾਤਮਾ ਦੇ ਹੁਕਮ ਨਾਲ ਹੀ ਵਾਪਰ ਰਿਹਾ, ਜੇ ਕੁਝ ਮਾੜਾ ਵਾਪਰਦਾ ਉਹ ਵੀ ਜੋ ਪਰਮਾਤਮਾ ਨੂੰ ਮਨਜ਼ੂਰ ਆ ਉਹੀ ਹੁੰਦਾ ਹੈ। ਇਸ ਕਰਕੇ ਮੈਂ ਆਖਰ ਦੇ ਵਿੱਚ ਇਹੀ ਤੁਹਾਨੂੰ ਕਹਿਣਾ ਚਾਹੂੰਗਾ ਕਿ ਮੈਨੂੰ ਬਹੁਤ ਸਾਰੇ ਦੋਸਤ ਕਹਿੰਦੇ ਨੇ, ਬੀਬੀਆਂ ਭੈਣਾਂ ਕਹਿੰਦੀਆਂ ਨੇ ਕਿ ਤੁਹਾਨੂੰ ਮਿਲਣ ਆਉਣਾ, ਮੇਰਾ ਨੰਬਰ ਹੈਗਾ ਤੁਹਾਡੇ ਕੋਲੇ, ਤੇ ਜਦੋਂ ਵੀ ਤੁਸੀਂ ਆਓ, ਚਾਹੇ ਵਿਦੇਸ਼ਾਂ 'ਚੋਂ ਆਓ, ਚਾਹੇ ਪੰਜਾਬ 'ਚੋਂ ਆਓ, ਚਾਹੇ ਇੰਡੀਆ ਦੇ ਹੋਰ ਸੂਬਿਆਂ 'ਚੋਂ ਆਓ, ਤਾਂ ਮੈਨੂੰ ਫੋਨ ਕਰ ਲਿਓ, ਪਹਿਲਾਂ ਮੈਨੂੰ ਮੈਸੇਜ ਕਰ ਲਿਓ, ਫਿਰ ਮੈਂ ਤੁਹਾਨੂੰ ਦੱਸ ਦੂੰਗਾ। ਅਗਰ ਤੁਸੀਂ ਮੈਨੂੰ ਮਿਲਣਾ ਹੈ ਮੈਂ ਤੁਹਾਡੇ ਲਈ ਹਮੇਸ਼ਾ ਹਾਜ਼ਰ ਹਾਂ। ਔਰ ਦੀਪ ਦੇ ਨਾਂ 'ਤੇ ਜਿੱਥੇ ਜਿੱਥੇ ਗੁਰਮਤਿ ਸਮਾਗਮ ਹੁੰਦੇ ਨੇ, ਜਿੱਥੇ ਜਿੱਥੇ ਸੰਗਤ ਮੈਨੂੰ ਯਾਦ ਕਰਦੀ ਆ, ਮੈਂ ਉਹਨਾਂ ਲਈ ਵੀ ਹਾਜ਼ਰ ਹਾਂ। ਅਤੇ ਇਹਦੇ ਨਾਲ ਨਾਲ ਹੁਣ ਕੁਝ ਕੰਮ ਵੀ ਕਰਾਂਗੇ ਰੋਜ਼ੀ ਰੋਟੀ ਲਈ, ਜੋ ਆਰਥਿਕਤਾ ਆਪਦੀ ਜਿਹੜੀ ਚਲਾਉਣੀ ਆ ਉਹਦੇ ਲਈ ਉਹ ਕੰਮ ਵੀ ਕਰਨੇ ਪੈਂਦੇ ਨੇ। ਅਤੇ ਆਉਣ ਵਾਲੇ ਦਿਨਾਂ ਵਿੱਚ ਦੀਪ ਤੁਹਾਨੂੰ ਵੱਡੇ ਪਰਦੇ 'ਤੇ ਦੇਖਣ ਨੂੰ ਮਿਲੂਗਾ। ਸਿਨੇਮਾ ਦੇ ਵਿੱਚ 29 ਅਪ੍ਰੈਲ ਨੂੰ ਸਾਡੇ ਵਾਲੇ ਫਿਲਮ ਦੇ ਨਾਲ। ਮੈਂ ਇਕੱਲੇ ਬੈਠੇ ਦੀਪ ਦੀਆਂ ਗੱਲਾਂ ਆਉਂਦੀਆਂ ਰਹਿੰਦੀਆਂ ਨੇ, ਕਈ ਵਾਰੀ ਕਿਸੇ ਗੱਲ 'ਤੇ ਮੈਨੂੰ ਮਤਲਬ ਇਸ ਉਦਾਸ ਸਮਿਆਂ ਦੇ ਵਿੱਚ ਵੀ ਮੈਨੂੰ ਕਈ ਵਾਰੀ ਮੇਰੇ ਬੁੱਲ੍ਹਾਂ 'ਤੇ ਮੁਸਕਾਨ ਆ ਜਾਂਦੀ ਹੈ, ਉਹ ਗੱਲ ਯਾਦ ਕਰਕੇ। ਕੋਈ ਦੀਪ ਦੀ ਤੇ ਮੇਰੀ ਜੋ ਸਾਂਝੀ ਗੱਲ ਹੁੰਦੀ ਹੈ ਯਾਦ ਆ ਜਾਂਦੀ ਹੈ, ਕੋਈ ਸ਼ੂਟਿੰਗ ਵੇਲੇ ਦੀ। ਮੈਨੂੰ ਹਾਲੇ ਤੱਕ ਵੀ ਇਸ ਗੱਲ ਦਾ ਜਿਹੜਾ ਹੈ ਉਹ ਯਕੀਨ ਨਹੀਂ ਹੋਇਆ ਕਿ ਦੀਪ ਸੱਚਮੁੱਚ ਹੀ ਸਰੀਰਕ ਰੂਪ ਦੇ ਵਿੱਚ ਇਸ ਧਰਤੀ ਤੋਂ ਚਲਾ ਗਿਆ। ਬੇਸ਼ੱਕ ਆਪਾਂ ਸਾਰਾ ਕੁਝ ਹੱਥੀਂ ਕੀਤਾ, ਥਾਂ ਥਾਂ 'ਤੇ ਉਹਦੀਆਂ ਫੋਟੋਆਂ ਲੱਗੀਆਂ ਨੇ, ਥਾਂ ਥਾਂ 'ਤੇ ਇਹ ਗੱਲ ਹੋ ਰਹੀ ਹੈ, ਖਬਰਾਂ ਜਾਂ ਜਿੱਥੇ ਵੀ ਜਾਂਦੇ ਹਾਂ ਉਹਦੇ ਆਤਮਿਕ ਸ਼ਾਂਤੀ ਲਈ ਪਾਠ ਦੇ ਭੋਗ ਪਾਏ ਜਾਂਦੇ ਨੇ। ਪਰ ਫਿਰ ਵੀ ਐਂ ਲੱਗਦਾ ਕਿ ਦੀਪ ਇੱਥੇ ਹੀ ਆ, ਦੀਪ ਫੋਨ ਕਰੂਗਾ। ਪਤਾ ਨਹੀਂ ਕਿਸ ਕਿਸਮ ਦੀ ਮਾਨਸਿਕਤਾ ਹੋਊਗੀ। ਹਾਲੇ ਤੱਕ ਵੀ ਮੈਨੂੰ ਫੋਨ ਆਉਂਦੇ ਆ, ਨਵੇਂ ਦੇਸ਼ਾਂ 'ਚੋਂ ਫੋਨ ਆਉਂਦੇ ਆ। ਹੁਣੇ ਮੈਨੂੰ ਸਵੀਡਨ ਤੋਂ ਸਾਡਾ ਵੀਰ, ਉਹਨੇ ਪਹਿਲੀ ਵਾਰੀ ਮੈਨੂੰ ਫੋਨ ਕੀਤਾ, ਅਮਰਿੰਦਰ, ਉਹਦਾ ਫੋਨ ਆਇਆ ਸੀ। ਉਹਦੇ ਤੋਂ ਕੋਈ ਗੱਲ ਨਹੀਂ ਹੋਈ, ਮੇਰੇ ਤੋਂ ਵੀ ਕੋਈ ਗੱਲ ਨਹੀਂ ਹੋਈ। ਅਸੀਂ ਮਤਲਬ 4-5 ਮਿੰਟ ਗੱਲ ਕੀਤੀ, ਉਹਦੇ 'ਚ ਅਸੀਂ 4.5 ਮਿੰਟ ਆ ਜਿਹੜਾ ਉਹ ਚੁੱਪ ਹੀ ਰਹੇ। ਪਤਾ ਨਹੀਂ ਪਰਮਾਤਮਾ ਨੇ ਇਹ ਸਾਰਾ ਕੁਝ ਕਿਸ ਤਰ੍ਹਾਂ ਦੀ ਖੇਡ ਰਚੀ ਹੈ, ਪਰ ਅਸੀਂ ਫਿਰ ਵੀ ਚੜ੍ਹਦੀ ਕਲਾ 'ਚ ਰਹਿਣਾ। ਤੁਸੀਂ ਵੀ ਸਾਰੇ ਚੜ੍ਹਦੀ ਕਲਾ 'ਚ ਰਹੋ। ਜਦੋਂ ਕਿਤੇ ਫੇਰ ਕੋਈ ਗੱਲ ਹੋਈ ਕਰਨ ਵਾਲੀ,
ਹੌਸਲਾ ਪਿਆ ਤਾਂ ਫਿਰ ਤੁਹਾਡੇ ਰੂਬਰੂ ਹੋਊਂਗਾ। ਕੋਈ ਗਲਤੀ ਹੋ ਗਈ ਹੋਵੇ ਤਾਂ ਮਾफ़ ਕਰਨਾ। ਜੋਰਾ 10 ਨੰਬਰੀਆ ਕਿਤਾਬ ਮੰਗਵਾਉਣ ਲਈ ਸਾਹਿਬਦੀਪ ਪ੍ਰਕਾਸ਼ਨ ਦਾ ਜੋ ਮਾਲਕ ਆ ਸਾਡਾ ਭਰਾ ਕਰਨ ਭਿੱਖੀ, ਉਹਦਾ ਮੈਂ ਨੰਬਰ ਹੇਠਾਂ ਦੇ ਦੂੰਗਾ ਅਤੇ ਫਿਰ ਆਪਾਂ ਗੱਲ ਕਰਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।